ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਦਭੁਤ ਸੰਤ ਸਮਾਜ ਸਰ। ਕਰ ਸਨਾਨ ਮਿਲ ਤਾਹੇ ਬਾਇਸ ਤੇ ਪਿਕ ਹੋਤ ਹੈ। ਡਾਕ ਤੇ ਹੰਸ ਕਰਾਹੇ ਅਦਭੁਤ ਸੰਤ ਸਮਾਜ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ। ਆਪ ਗੁਰੂ ਦੀਆਂ ਸੰਗਤਾਂ ਸੰਧਿਆ ਦੇ ਸਮੇਂ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਤਮਸਤਕ ਹੋ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਸੋ ਦਰ ਰਹਿ ਰਾਜ ਸਾਹਿਬ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਅਰਦਾਸ ਤੋਂ ਉਪਰੰਤ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ। ਉਸ ਤੋਂ ਬਾਅਦ ਜੋ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਭਗਤ ਧਰੂ ਜੀ ਨੇ ਤਪ ਕੀਤਾ ਸੀ 5 ਸਾਲ ਦੀ ਉਮਰ ਵਿੱਚ, ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਉਸ ਵਾਹਿਗੁਰੂ ਦੇ ਚਰਨ ਪਰਸਣੇ ਕੀਤੇ, ਜਿਸ ਦਾ ਸਦਕਾ 36,000 ਵਰ੍ਹਾ ਇਹ ਸੰਸਾਰ 'ਤੇ ਰਾਜ ਭਾਗ ਕੀਤਾ।
ਅਖੀਰੀ ਉਹ ਸਾਰਾ ਰਾਜ ਭਾਗ ਛੱਡ ਕਰਕੇ ਆਪਣੇ ਪੁੱਤਰ ਨੂੰ ਦੇ ਕਰਕੇ ਤੇ ਅੰਤਲੇ ਸਮੇਂ ਗੰਗਾ ਨਦੀ ਦੇ ਕਿਨਾਰੇ ਜਾ ਕੇ ਉੱਥੇ ਇਸ਼ਨਾਨ ਕਰਕੇ ਉੱਥੇ ਤਪ ਸਾਧਨਾ ਸ਼ੁਰੂ ਕੀਤੀ। ਉਸ ਤੋਂ ਬਾਅਦ ਜਦੋਂ ਪਰਮੇਸ਼ਰ ਦੀ ਆਗਿਆ ਨਾਲ ਵਿਵਾਨ ਆਇਆ, ਉਸ ਵਿਵਾਨ 'ਚ ਚੜ੍ਹ ਕੇ ਧਰੂ ਭਗਤ ਜੀ ਉੱਥੇ ਚਲੇ ਗਏ, ਜਿਸ ਉੱਚੀ ਪਦਵੀ ਪਰਮ ਪਦ ਨੂੰ ਵੱਡੇ ਵੱਡੇ ਮੁਨੀ ਜੋਗੀ ਵੀ ਨਹੀਂ ਪਾ ਸਕੇ। ਭਾਵੇਂ ਕਿ ਭਗਤ ਜੀ ਦੇ ਦਾਦਾ ਜੀ ਸ਼ੰਭੂ ਮਨ ਨੇ ਬੜਾ ਤਪ ਕੀਤਾ ਸੀ, ਉਹ ਵੀ ਉਸ ਪਦ 'ਤੇ ਨਹੀਂ ਗਏ ਜਿਸ ਪਦ ਉੱਪਰ, ਉੱਚੇ ਅਹੁਦੇ ਉੱਪਰ ਧਰੂ ਭਗਤ ਜੀ ਗਏ। ਨੌ ਨਿਧ ਠਾਕਰ ਦਈ ਸਦਾਮੇ, ਧਰੂ ਅਟਲ ਅਜਹੂ ਨਹਿ ਟਰਿਓ। ਵੀ ਧਰੂ ਭਗਤ ਅਟਲ ਪਦਵੀ 'ਤੇ ਪਹੁੰਚੇ ਹੈ, ਅੱਜ ਤੱਕ ਨਹੀਂ ਟਲੇ। ਇਹ ਭਗਤ ਨਾਮਦੇਵ ਜੀ ਨੇ ਬਚਨ ਕੀਤੇ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ। ਉਹ ਵਿਸਥਾਰ ਨਾਲ ਆਪਾਂ ਸਾਰਾ ਪ੍ਰਸੰਗ ਸਰਵਣ ਕਰ ਲਿਆ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਜਿਹੜੀ ਵਾਰ ਹੈ ਜਿਹਦੇ ਵਿੱਚ ਭਗਤਾਂ ਦੇ ਕਥਨ ਕੀਤਾ ਹੋਇਆ ਹੈ, 10ਵੀਂ ਕਿ 11ਵੀਂ ਵਾਰ ਹੈ, ਉਹਦੇ ਵਿੱਚ 6-7 ਤੁਕਾਂ ਦੇ ਵਿੱਚ ਹੀ ਉਹ ਸਾਰਾ ਪ੍ਰਸੰਗ ਜਿਹੜਾ ਗੁੰਥਨ ਕਰ ਦਿੱਤਾ ਹੈ। ਇਹ ਵਿਦਵਤਾ ਹੁੰਦੀ ਹੈ ਵੀ ਬਹੁਤੇ ਨੂੰ ਸੰਖੇਪ ਵਿੱਚ ਹੀ ਕਹਿ ਦੇਣਾ। ਉਹ ਵਾਰ ਵਿੱਚ ਬਚਨ ਆਉਂਦੇ ਆ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਡੁੱਡੋਂ ਲਿਕਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿ ਸੁਰੀਤਾ। ਅੱਗੋਂ ਮਾਤਾ ਜੀ ਕਹਿੰਦੇ ਸਵਾਣੀ ਹਾਂ ਜਨਮ ਦੀ, ਨਾਮਨਾ ਭਗਤੀ ਕਰਮ ਦ੍ਰਿੜੀਤਾ। ਪਰਮੇਸ਼ਰ ਆਰਾਧੀ ਹੈ, ਸਤਰੂ ਤੇ ਸਭ ਹੋਵਨ ਮੀਤਾ। ਇਹ ਪੁੱਤਰ ਪਰਮੇਸ਼ਰ ਦੀ ਆਰਾਧਨਾ ਕਰ, ਜਿਸ ਕਰਕੇ ਸ਼ਤਰੂ ਵੀ ਮਿੱਤਰ ਹੋ ਜਾਂਦੇ ਹੈ। ਪਰਮੇਸ਼ਰ ਆਰਾਧੀਏ ਜਿਤ ਹੋਈਏ ਪਤਿਤ ਪਨੀਤਾ। ਵੀ ਪਰਮੇਸ਼ਰ ਨੂੰ ਆਰਾਧੀਏ ਜਿਸ ਕਰਕੇ ਪਾਪੀਆਂ ਤੋਂ ਪਵਿੱਤਰ ਹੋ ਜਾਈਦਾ ਹੈ। ਇਹ ਬਚਨ ਸੁਣ ਕੇ ਧਰੂ ਭਗਤ ਜੀ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਮਨ ਵਿੱਚ ਵੈਰਾਗ ਧਾਰ ਕੇ ਤਪ ਕਰ ਲਈ ਚਲੇ ਗਏ ਮਧੂਬਨ ਜੰਗਲ ਵਿੱਚ। ਅੱਗੋਂ ਨਾਰਦ ਭਗਤ ਜੀ ਮਿਲੇ, ਮੁਨੀ ਜੀ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਜੀ ਨੇ ਪਹਿਲਾਂ ਤੇ ਉਹ ਪਰਖਣ ਵਾਸਤੇ ਢੰਡੋਲੇ ਹੈ, ਭਗਤ ਜੀ ਨੂੰ ਢੰਡੋਲਿਆ ਵੀ ਪਿੱਛੇ ਮੁੜ ਜਾਓ, ਐਵੇਂ ਜੰਗਲ ਵਿੱਚ ਕੋਈ ਖਾ ਜਾਏਗਾ। ਇਹ ਬਚਪਨ ਵਿੱਚ ਇਹੋ ਜਿਹੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ। ਫਿਰ ਉਹ ਭਗਤ ਜੀ ਦੀ ਪੱਕੀ ਦ੍ਰਿੜਤਾ ਵੇਖ ਕੇ ਮੰਤਰ ਦਿੱਤਾ, ਓਮ ਨਮੋ ਭਗਵਤੇ ਵਾਸੁਦੇਵਾय, ਤੇ ਨਾਮ ਨਿਧਾਨ ਅਮਿਓ ਰਸ ਪੀਤਾ। ਫਿਰ ਅੰਮ੍ਰਿਤ ਰੂਪ ਨਾਮ ਦਾ ਰਸ ਪੀਤਾ ਭਗਤ ਜੀ ਨੇ। ਤੇ ਪਿੱਛੇ ਜਿਹੜਾ ਪਿਤਾ ਹੈ ਉਹ ਸੱਦਦਾ ਹੈ ਵੀ ਪੁੱਤਰ ਜੀ ਆ ਜਾਓ ਵਾਪਸ, ਰਾਜ ਭਾਗ ਕਰੋ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਵੀ ਹਮੇਸ਼ਾ ਵਾਸਤੇ ਪੁੱਤਰ ਰਾਜ ਕਰ, ਤੂੰ ਪਿੱਛੇ ਮੁੜਾ। ਪਰ ਧਰੂ ਭਗਤ ਜੀ ਨੇ ਮੁੜੇ 9 ਮਹੀਨੇ ਤਪ ਕੀਤਾ ਬੜਾ ਕਠਿਨ, ਜੋ ਆਪਾਂ ਪ੍ਰਸੰਗ ਵਿੱਚ ਸਰਵਣ ਕੀਤਾ ਹੈ। ਭਾਈ ਗੁਰਦਾਸ ਜੀ ਨੇ ਖੁਲਾਸਾ ਕੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਵਾਹਿਗੁਰੂ ਦੇ ਪਿਆਰੇ ਜਿਹੜੇ ਹੈ ਉਹ ਇਸ ਸੰਸਾਰ ਨੂੰ ਜਿੱਤ ਕੇ ਜਾਂਦੇ ਇੱਕ ਦਿਨ। ਦੁਨੀਆ ਦੇ ਜਿਹੜੇ ਲੋਕ ਹੈ ਇਹ ਸੰਸਾਰ ਤੋਂ ਹੀ ਹਾਰ ਕੇ ਜਾਂਦੇ ਹੈ, ਅਗਲੇ ਪਾਸੇ ਵੀ ਹਾਰ ਹੀ ਖਾਂਦੇ ਹੈ। ਇੱਥੇ ਵੀ ਉਹ ਦੁਖੀ ਹੋ ਕੇ ਮਰ ਖੱਪ ਕੇ ਚਲ ਜਾਂਦੇ ਹੈ,
ਤੇ ਉੱਥੇ ਵੀ ਉਹ ਪਰਲੋਕ ਵਿੱਚ ਵੀ ਦੁਖੀ ਹੁੰਦੇ ਆ, ਪਰ ਗੁਰਮੁਖਾਂ ਦੀ ਇੱਥੇ ਵੀ ਜੈ ਜੈਕਾਰ, ਉਹ ਪਰਲੋਕ ਵਿੱਚ ਵੀ ਜੈ ਜੈਕਾਰ। ਇਸੇ ਤਰ੍ਹਾਂ ਹਾਰ ਚੱਲੇ ਗੁਰਮੁਖ ਜਗ ਜੀਤਾ। ਜਿਹੜੇ ਗੁਰਮੁਖ ਹੈ ਉਹ ਸੰਸਾਰੀ ਪਦਾਰਥਾਂ ਤੋਂ ਇੱਥੋਂ ਹਾਰ ਕੇ ਜਾਂਦੇ ਹੈ, ਹਾਰ ਕੇ ਚਲੇ ਜਾਂਦੇ ਹੈ, ਪਰ ਜੱਗ ਨੂੰ ਜਿੱਤ ਕੇ ਜਾਂਦੇ ਅਖੀਰ। ਜਾਂ ਹੁਣ ਸੰਤ ਮਹੰਤ ਹੁੰਦੇ ਆ, ਉਹਨਾਂ ਕੋਲ ਪੈਸਾ ਧੇਲਾ ਐ ਖੁੱਲ੍ਹਾ ਹੁੰਦਾ, ਕੀ ਨਹੀਂ ਉਹ ਖਾ ਸਕਦੇ, ਕੀ ਨਹੀਂ ਉਹ ਖਰੀਦ ਸਕਦੇ, ਪਰ ਉਹ ਸਾਦਾ ਲਿਬਾਸ, ਇੱਕੋ ਹੀ ਵਸਤਰ ਰੱਖਦੇ ਚਿੱਟੇ ਰੰਗ ਦੇ, ਫਿਰ ਖਾਂਦੇ ਵੀ ਉਹ ਗੁਰੂ ਕੇ ਲੰਗਰ ਵਿੱਚੋਂ ਹੀ ਹੈ, ਜੋ ਬਣਿਆ ਹੁੰਦਾ ਲੰਗਰ ਵਿੱਚ ਉਹੀ ਛਕ ਛਕਾ ਲੈਂਦੇ ਹੈ, ਇੱਕ ਦੋ ਪ੍ਰਸ਼ਾਦਾ ਹੀ ਛਕਦੇ ਹੈ। ਉਹ ਸਾਡੇ ਲੋਕਾਂ ਵਾਂਗ ਜੂਸ ਨਹੀਂ ਪੀਂਦੇ, ਵੰਨ ਸਵੰਨੇ ਕੱਪੜੇ ਨਹੀਂ ਪਾਉਂਦੇ। ਜਿਹੜੇ ਕਮਾਈ ਵਾਲੀਆਂ ਰੂਹਾਂ, ਉਹ ਵਿਸ਼ਿਆਂ ਦੇ ਆਨੰਦ ਨਹੀਂ ਲੈਂਦੇ, ਜ਼ੁਬਾਨ ਦੇ ਆਨੰਦ ਨਹੀਂ ਲੈਂਦੇ, ਨੇਤਰਾਂ ਨਾਲ ਰੂਪ ਨਹੀਂ ਵੇਖਦੇ, ਕੰਨਾਂ ਨਾਲ ਮੰਦ ਵਾਸ਼ਨਾ ਵਾਲੇ ਗੀਤ ਆਦਿਕ ਨਹੀਂ ਸੁਣਦੇ। ਇਵੇਂ ਸੰਸਾਰ ਦੇ ਉਹ ਪਦਾਰਥਾਂ ਵੱਲੋਂ ਹਾਰ ਕੇ ਜਾਂਦੇ ਹੈ। ਇਹ ਮਾਇਆ ਹੁੰਦਿਆਂ ਹੋਇਆਂ ਵੀ ਉਹ ਨਹੀਂ ਵਰਤਦੇ, ਅਖੀਰੀ ਪਰ ਜਿੱਤ ਕੇ ਜਾਂਦੇ ਹੈ। ਧਰੂ ਭਗਤ ਜੀ ਐਸੀ ਅਟਲ ਪਦਵੀ ਜਿਹੜੀ ਹੈ ਪਾਈ ਹੈ। ਉਸ ਧਰੂ ਮੰਡਲ ਵਿੱਚ, ਧਰੂਪੁਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ, ਦਰਸ਼ਨ ਦਿੱਤੇ ਹੈ। ਭਗਤ ਜੀ ਵੇਖ ਕੇ ਹੈਰਾਨ ਹੋਏ ਹੈ ਕਿ ਇੱਥੇ ਤੇ ਅੱਜ ਤੱਕ ਕੋਈ ਆ ਨਹੀਂ ਸਕਿਆ ਇਸ ਪਦ 'ਤੇ। ਇਹ 3-5 ਤੱਤਾਂ ਦੀ ਦੇਹ ਸਮੇਤ ਕਿਵੇਂ ਆ ਗਏ ਉਹ ਵੀ ਮਨੁੱਖ। ਫਿਰ ਉਹ ਗੁਰੂ ਨਾਨਕ ਸਾਹਿਬ ਜੀ ਜਦੋਂ ਧੰਨ ਕਰਤਾਰ, ਸਤ ਕਰਤਾਰ, ਸੁਭਾਏਮਾਨ ਕਰਤਾਰ ਦਾ ਬੋਲਿਆ ਹੈ, ਅਤੇ ਉਹ ਸੁਣ ਕਰਕੇ ਧਰੂ ਭਗਤ ਜੀ ਨੇ ਪੁੱਛਿਆ ਵੀ ਤੁਸੀਂ ਕੌਣ ਹੋ ਅਤੇ ਤੁਸੀਂ ਕਿੱਥੇ ਚੱਲੇ ਹੋ ਜੀ। ਧਰੂ ਭਗਤ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਦੱਸਿਆ ਹੈ। ਅਸੀਂ ਸੱਚਖੰਡ ਨੂੰ ਚੱਲੇ ਹਾਂ, ਸਾਡਾ ਨਾਨਕ ਨਾਮ ਹੈ। ਜਦੋਂ ਇਹ ਨਾਨਕ ਨਾਮ ਸੁਣਿਆ, ਧਰੂ ਭਗਤ ਜੀ ਉਸੇ ਵੇਲੇ ਦੋਵੇਂ ਹੱਥ ਜੋੜੇ, ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ। ਕਹਿੰਦੇ ਮਹਾਰਾਜ ਮੈਨੂੰ ਤਾਂ ਪਹਿਲਾਂ ਹੀ ਖਬਰਸਾਰ ਹੋਈ ਸੀ, ਮੈਂ ਖਬਰਸਾਰ ਪਾਈ ਸੀ ਵੀ ਪਰਮੇਸ਼ਰ ਵਾਹਿਗੁਰੂ ਆਪ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਧਰਤੀ ਦੇ ਅਵਤਾਰ ਧਾਰਨਗੇ। ਉਹ ਤੁਸਾਂ ਨੇ ਅਵਤਾਰ ਧਾਰਿਆ ਹੈ। ਅੱਜ ਦਰਸ਼ਨ ਦੇ ਕੇ ਹੋਰ ਸਫਲਾ ਨਿਹਾਲ ਕੀਤਾ ਹੈ। ਉੱਥੇ ਫਿਰ ਕੁਝ ਸਮਾਂ ਰਹਿ ਕੇ ਗੁਰੂ ਸਾਹਿਬ ਜੀ ਨੇ ਬਚਨ ਵਿਲਾਸ ਕੀਤੇ, ਭਗਤ ਜੀ ਨੇ ਵੀ ਕੀਤੇ। ਅਖੀਰੀ ਉੱਥੋਂ ਜਿਵੇਂ ਧਰੂ ਮੰਡਲ ਤੋਂ ਸਤਿਗੁਰੂ ਜੋ ਪਰਮੇਸ਼ਰ ਹੈ ਉਸ ਸੱਚੇ ਸਥਾਨ 'ਤੇ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਓ ਭਗਤ ਜੀ ਨੇ ਕਿਹਾ ਹੈ, ਉਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਜੀ ਦਰਸ਼ਨਾਂ ਵਾਸਤੇ ਗਏ। ਉਹ ਪ੍ਰਸੰਗ ਅੱਜ ਆ ਰਹੇ ਹਨ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਦਭੁਤ ਸੰਤ ਸਮਾਜ ਸਰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਹੜੇ ਸੰਤ ਮਹਾਂਪੁਰਸ਼ ਹੈ, ਸਵਾਸ ਸਵਾਸ ਸਿਮਰਨ ਕਰਨ ਵਾਲੇ, ਜਿਹੜੇ ਹਰ ਵਕਤ ਅੱਠੇ ਪੈਰੀ ਨਾਮ ਸਿਮਰਦੇ ਹੈ ਸੰਤ, ਉਹਨਾਂ ਦੇ ਇਕੱਠ ਦਾ ਸਮਾਗਮ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ। ਕਹਿੰਦੇ ਹੈ ਵੀ
हे ਸਰੋਤਾ ਜਨੋ ਗੁਰੂ ਕੇ ਸਿੱਖੋ ਜੋ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਹੈ ਉਹਨਾਂ ਦਾ ਜਿਹੜਾ ਇਕੱਠ ਹੈ, ਸਮਾਗਮ ਹੈ, ਸੰਗ ਹੈ, ਉਹ ਇੱਕ ਅਚਰਜੀ ਸਰੋਵਰ ਹੈ। ਕਰ ਇਸ਼ਨਾਨ ਮਿਲਤਾ ਹੈ। ਐਸੇ ਅਚਰਜ ਸਰੋਵਰ ਵਿੱਚ ਜਿਸ ਨੂੰ ਮਿਲਣੇ ਕਰਕੇ ਮਿਲਣ ਰੂਪੀ ਜਿਹੜਾ ਸੰਤਾਂ ਦੇ ਸਮਾਜ ਇਕੱਠ ਵਿੱਚ ਜਾਣਾ ਮਿਲਣਾ ਹੈ, ਉੱਥੇ ਕਥਾ ਕੀਰਤਨ ਸੰਤਾਂ ਪਾਸੋਂ ਸੁਣਨੀ ਹੈ, ਉਹ ਇਸ਼ਨਾਨ ਕਰਨ ਨਾਲ ਪਾਇਸ ਤੇ ਪਿਕ ਹੋਤ ਹੈ। ਜਿਹੜਾ ਹੈ ਨਾ ਕਾਂ ਬਿਰਤੀ ਵਰਗਾ ਮਨੁੱਖ, ਜਿਵੇਂ ਕਾਂ ਬੜਾ ਸ਼ੈਤਾਨ ਹੁੰਦਾ ਹੈ, ਬੜਾ ਚੰਚਲ ਹੁੰਦਾ, ਤੇ ਉਹ ਕਾਂ ਕਾਂ ਕਰੀ ਜਾਂਦਾ ਤੇ ਵਿਸ਼ਟਾ ਖਾਂਦਾ ਹੈ। ਐਵੇਂ ਜਿਹੜਾ ਕਾਂ ਵਰਗਾ ਹੈ ਮਨੁੱਖ, ਬੜਾ ਚੰਚਲ ਤੇ ਬੜਾ ਅਨਿੰਦਿਆ ਰੂਪ ਗੰਦਗੀ ਲਿੱਧ ਖਾਣ ਵਾਲਾ ਹੈ, ਫਿਰ ਬਹੁਤ ਕਾਂ ਕਾਂ ਕਰਕੇ ਬੋਲਣ ਵਾਲਾ, ਨਿੰਦਿਆ ਕਰੀ ਜਾਣ ਵਾਲਾ ਹੈ, ਤੇ ਕਾਂ ਵਾਂਗ ਹੀ ਜਿਹੜਾ ਬਹੁਤ ਸ਼ੈਤਾਨ ਹੈ, ਚੰਚਲ ਹੈ। ਐਸਾ ਮਨੁੱਖ ਕਾਂ ਦੀ ਬਿਰਤੀ ਵਾਲਾ ਜਿਹੜਾ ਕਾਂ ਵਰਗਾ ਹੈ, ਜਿਵੇਂ ਕੋਇਲ ਹੁੰਦੀ ਹੈ, ਬੜੀ ਮਿੱਠੀ ਆਵਾਜ਼ ਬੋਲਦੀ ਹੈ, ਐਵੇਂ ਕਾਂ ਵਰਗਾ ਹੋ ਜਾਂਦਾ। ਕਾਂ ਦੇ ਵਰਗੇ ਜਿਹੜੇ ਮਨੁੱਖ ਹੈ, ਸ਼ੈਤਾਨ, ਨਿੰਦਾ ਰੂਪ ਗੰਦਗੀ ਖਾਣ ਵਾਲੇ ਤੇ ਨਿੰਦਾ ਰੂਪ ਕਾਂ ਕਾਂ ਕਰਨ ਵਾਲੇ, ਉਹ ਕੋਇਲ ਵਾਂਗ ਮਿੱਠੇ ਹੋ ਜਾਂਦੇ ਐ। ਬਕ ਤੇ ਹੰਸ ਕਰਾਹੇ। ਬੰਗਲਿਆਂ ਵਰਗੇ ਜਿਹੜੇ ਪਖੰਡੀ ਲੋਕ ਹੈ, ਉਹਨਾਂ ਨੂੰ ਹੰਸ ਤਤ ਬੇਤੇ ਬਣਾ ਦਿੰਦਾ ਹੈ। ਸੰਤਾਂ ਦਾ ਸੰਗ, ਸੰਤਾਂ ਦਾ ਮਿਲਣਾ, ਸੰਤਾਂ ਦਾ ਦਰਸ਼ਨ, ਪੂਰਨ ਸੰਤਾਂ ਦਾ। ਜਿਵੇਂ ਉਹ ਭਾਈ ਬਾਲੇਵਾਲ ਜਨਮ ਸਾਖੀ 'ਚ ਇੱਕ ਸਾਖੀ ਆਉਂਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਉਸਦਾ ਹੀ ਕਵੀ ਜੀ ਨੇ ਇੱਥੇ ਇਸ਼ਾਰਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇਸ਼ਾਂ ਦਾ ਰਟਨ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਬੈਠੇ। ਉੱਥੇ ਇੱਕ ਪ੍ਰੇਮੀ ਸਿੱਖ ਰਹਿੰਦਾ ਸੀ, ਜਿਹੜਾ ਆਏ ਗਏ ਸੰਤਾਂ ਸਾਧੂਆਂ ਦੀ ਬੜੀ ਸੇਵਾ ਕਰਿਆ ਕਰਦਾ, ਉਹਨਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਕੇ ਤੇ ਆਪਣਾ ਸਵਾਲ ਰੱਖਦਾ ਵੀ ਸੰਤ ਜੀ, ਸੰਤਾਂ ਦਾ ਦਰਸ਼ਨ ਦਾ ਕੀ ਫਲ ਹੈ, ਸੰਤਾਂ ਦੀ ਸੇਵਾ ਦਾ ਕੀ ਫਲ ਹੈ, ਸੰਤਾਂ ਨੂੰ ਮਿਲਣ ਦਾ ਕੀ ਲਾਭ ਹੈ। ਉਹ ਜੈਸੀ ਜੈਸੀ ਕਿਸੇ ਦੀ ਵਿਚਾਰ ਉਹ ਸੰਤ ਆਪਣਾ ਉੱਤਰ ਦਿੰਦੇ, ਪਰ ਇਸ ਦੀ ਤਸੱਲੀ ਕੋਈ ਨਾ ਹੁੰਦੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਜਾ ਪੁੱਜੇ ਉਸ ਦੇ ਪਿੰਡ, ਇਸ ਨੂੰ ਪਤਾ ਲੱਗਾ, ਇਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਬੁਲਾ ਕੇ ਬਹੁਤ ਸੇਵਾ ਕੀਤੀ, ਸੋਹਣਾ ਬਿਸਤਰ ਵਿਛਾਇਆ, ਸੋਹਣੇ ਪਲੰਘ 'ਤੇ ਬਿਠਾਇਆ, ਜਲ ਪਾਣੀ ਦੀ ਵੀ ਸੇਵਾ ਕੀਤੀ, ਛਕਾਇਆ। ਫਿਰ ਆਪਣਾ ਸਵਾਲ ਰੱਖਿਆ ਹੋਈ ਕਿ ਮਹਾਰਾਜ, ਸੰਤਾਂ ਨੂੰ ਮਿਲਣ ਦਾ ਅਤੇ ਸੇਵਾ ਦਾ ਕੀ ਫਲ ਹੈ? ਆਪ ਜੀ ਬੜੇ ਮਹਾਨ ਸੰਤ ਮੈਨੂੰ ਦਿਖ ਰਹੇ, ਆਪ ਮੈਨੂੰ ਤਸੱਲੀ ਬਖਸ਼ ਉੱਤਰ ਦਿਓ। ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ, ਕਿ ਭਾਈ ਇੰਜ ਕਰ, ਆ ਬਾਹਰ ਜੰਗਲ ਵਿੱਚ ਚਲਿਆ ਜਾ, ਉੱਥੇ ਇੱਕ ਬ੍ਰਿਛ ਹੈ ਜਿਹੜਾ ਤੈਨੂੰ ਕਹਿ ਰਹੇ ਅਸੀਂ। ਵਾਹਿਗੁਰੂ ਵਾਹਿਗੁਰੂ ਕਹਿੰਦਾ ਉੱਥੇ ਚਲਿਆ ਜਾ ਅਤੇ ਉਹਦੇ ਥੱਲੇ ਬ੍ਰਿਛ ਦੇ ਬੈਠ ਜਾ, ਉੱਥੋਂ ਤੈਨੂੰ ਉੱਤਰ ਮਿਲੇਗਾ। ਇਹ ਫਿਰ ਸੁਣ ਕੇ ਤੇ ਚਲਿਆ ਗਿਆ, ਵਾਹਿਗੁਰੂ ਵਾਹਿਗੁਰੂ ਕਹਿੰਦਾ। ਇੱਕ ਸੰਘਣੀ ਜਿਹੜੀ ਉਜਾੜ ਬਿਆਬਾਨ ਜੰਗਲ ਸੀ, ਉੱਥੇ ਜਿਹੜਾ ਬ੍ਰਿਛ ਦੱਸਿਆ ਮਹਾਰਾਜ ਨੇ, ਵਾਹਿਗੁਰੂ ਵਾਹਿਗੁਰੂ ਕਹਿੰਦਾ ਹੋਇਆ ਜਾ ਬੈਠਾ। ਉੱਥੇ ਉਸ ਬ੍ਰਿਛ ਉੱਪਰ ਇੱਕ ਕਾਂ ਦੇ ਕੌਣੀ ਸਨ ਬੈਠੇ ਹੋਏ। ਜਦੋਂ ਉਹਨਾਂ ਨੇ ਆਵਾਜ਼ ਜੀ ਦਿੱਤੀ, ਕਾਂ ਕਾਂ ਕੀਤਾ, ਤੇ ਇਸ ਨੇ, ਇਹ ਜੋ ਮਨੁੱਖ ਗਿਆ, ਇਹਨੇ ਤਾਂ ਵੇਖਿਆ ਹੈ, ਨਜ਼ਰ ਮਾਰੀ ਹੈ, ਉਹ ਕਾਂ ਦੇ ਕੌਣੀ ਜਿਹੜੇ ਬੰਗਲਾ ਬੰਗਲੀ ਬਣ ਗਏ। ਇਹਨੂੰ ਉੱਤਰ ਕੋਈ ਨਹੀਂ ਮਿਲਿਆ, ਸਮਝ ਨਹੀਂ ਆਈ, ਇਹ ਵਾਪਸ ਆ ਗਿਆ। ਮਹਾਰਾਜ ਜੀ ਉੱਥੇ ਤੇ ਕੋਈ ਉੱਤਰ ਨਹੀਂ ਮਿਲਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ
ਤੂੰ ਭਾਈ ਕੱਲ ਫੇਰ ਜਾਈ ਇਸੇ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਬੈਠ ਜੀ ਜਾ ਕੇ, ਤੈਨੂੰ ਉੱਥੇ ਉੱਤਰ ਮਿਲੇਗਾ। ਇਹ ਦੂਸਰੇ ਦਿਨ ਆ ਗਿਆ, ਉਸੇ ਤਰ੍ਹਾਂ ਹੀ ਆ ਬੈਠਾ। ਉਹ ਇਹਨੇ ਨਜ਼ਰ ਮਾਰੀ ਹੈ, ਉਹ ਜਿਹੜੇ ਬੰਗਲਾ ਬੰਗਲੀ ਸਨ ਜੋ ਬੈਠੇ ਹੋਏ ਸੀ ਉੱਥੇ ਹੀ, ਤੇ ਉਹ ਹੰਸ ਤੇ ਹੰਸਣੀ ਹੋ ਗਏ। ਫਿਰ ਇਹਨੂੰ ਕੋਈ ਉੱਤਰ ਨਹੀਂ ਮਿਲਿਆ, ਫਿਰ ਵਾਪਸ ਆ ਗਿਆ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੂੰ ਕਿਹਾ, ਗੁਰੂ ਸਾਹਿਬ ਜੀ ਕਹਿੰਦੇ ਵੀ ਸਿਰੇ ਫੇਰ ਜਾਈ, ਤੈਨੂੰ ਉੱਤਰ ਮਿਲੇਗਾ। ਜਦੋਂ ਇਹ ਤੀਸਰੇ ਦਿਨ ਗਿਆ ਹੈ, ਇਹਨੇ ਆਪਣੀ ਨਜ਼ਰ ਮਾਰੀ ਉਹਨਾਂ ਵੱਲ, ਉਹ ਹੰਸ ਹੰਸਣੀ ਤੋਂ ਦਿਵ ਰੂਪ ਹੋ ਗਏ, ਪ੍ਰਕਾਸ਼ ਰੂਪ, ਦੇਵ ਰੂਪ ਹੋ ਗਏ। ਉਹ ਉਸੇ ਵੇਲੇ ਦਿਵ ਰੂਪ ਹੋ ਕੇ ਤੇ ਉਹ ਰੁੱਖ ਤੇ ਬੈਠ ਗਏ। ਫਿਰ ਇਹਨੇ ਕਿਹਾ ਜਾ ਕੇ ਮੈਂ ਤੁਹਾਡੇ ਪੈਰੀ ਪੈਣਾ, ਪੈਰੀ ਪੈਣਾ ਕਹਿ ਕੇ ਤੇ ਆਪਣਾ ਇਹਨੇ ਸਵਾਲ ਰੱਖਿਆ ਵੀ ਸੰਤਾਂ ਨੂੰ ਮਿਲਣ ਦਾ ਕੀ ਫਲ ਹੈ। ਉਹ ਕਹਿੰਦੇ ਵੀ ਤੇਰੀ ਹਜੇ ਵੀ ਕੀ ਨਿਸ਼ਾਨੀ ਹੋਈ ਹੈ, ਵੀ ਹਜੇ ਵੀ ਤੈਨੂੰ ਪਤਾ ਨਹੀਂ ਲੱਗਾ ਹੈ। ਕਹਿੰਦਾ ਵੀ ਨਹੀਂ ਪਤਾ ਲੱਗਾ। ਉਹ ਦੇਵ ਰੂਪ ਜਿਹੜੇ ਦੇਵ ਬਣੇ ਹੋਏ ਸਨ, ਉਹ ਬੋਲੇ, ਕਹਿੰਦੇ ਵੀ ਵੇਖੋ ਹੇ ਸੰਤ ਜੀ, ਤੁਹਾਡੇ ਦਰਸ਼ਨਾਂ ਕਰਕੇ ਪਹਿਲਾਂ ਹੀ ਕਾਂ ਤੇ ਕੌਣੀ ਸੀ ਤੇ ਬੰਗਲਾ ਬੰਗਲੀ ਬਣ ਗਏ। ਫਿਰ ਦੂਸਰੇ ਦਿਨ ਆਏ, ਤੁਹਾਡੇ ਦਰਸ਼ਨਾਂ ਕਰਕੇ ਅਸੀਂ ਹੰਸ ਹੰਸਣੀ ਹੋ ਗਏ। ਹੁਣ ਤੁਹਾਡੇ ਦਰਸ਼ਨਾਂ ਨਾਲ ਅਸੀਂ ਦਿਵ ਰੂਪ ਹੋ ਗਏ। ਇਹ ਫਲ ਹੈ। ਤੇ ਫਿਰ ਇਹ ਕਹਿ ਕੇ ਕਹਿੰਦੇ ਵੀ ਜਿਹੜੇ ਤੁਹਾਡੇ ਘਰ ਪੂਰਨ ਆਏ ਨਾ ਸੰਤ, ਇਹ ਉਹਨਾਂ ਦੀ ਕਿਰਪਾ, ਉਹਨਾਂ ਦੀ ਨਜ਼ਰ ਮਿਹਰ ਤੁਹਾਡੇ ਉੱਪਰ ਪਈ ਹੈ, ਤੇ ਤੁਹਾਡੀ ਨਜ਼ਰ ਸਾਡੇ ਉੱਪਰ ਪਈ, ਅਸੀਂ ਦੇਵ ਰੂਪ ਹੋ ਗਏ ਹਾਂ। ਇਸ ਕਰਕੇ ਉਹ ਜਿਹੜੇ ਸੰਤ ਆਏ ਉਹਨਾਂ ਦੀ ਸੇਵਾ ਕਰ ਲਾ ਜੇ ਨਹੀਂ ਕਰ ਸਕਦਾ, ਅਖੀਰ ਤੇਰਾ ਵੀ ਉਧਾਰ ਹੋਏਗਾ। ਇਹਨੂੰ ਇਹ ਉੱਤਰ ਮਿਲਿਆ ਤੇ ਵਾਪਸ ਆ ਗਿਆ। ਉਹ ਜਿਹੜੇ ਦੇਵ ਰੂਪ ਹੋਏ ਸੀ, ਉਸੇ ਵੇਲੇ ਵਿਵਾਨ ਆਇਆ ਸੱਚਖੰਡ 'ਚੋਂ, ਉਹ ਵਿਵਾਨ 'ਚ ਬਹਿ ਕੇ ਸੱਚਖੰਡ ਚਲੇ ਗਏ। ਤੇ ਗੁਰਬਾਣੀ ਵਿੱਚ ਬਚਨ ਹੈ, ਨਾਨਕ ਨਦਰੀ ਨਦਰ ਨਿਹਾਲ, ਵੀ ਨਜ਼ਰ ਨਾਲ ਹੀ ਨਿਹਾਲ ਕਰ ਦਿੰਦਾ ਪਰਮੇਸ਼ਰ ਉਹਦੇ ਸੰਤ ਵੀ। ਉਸੇ ਹੀ ਇਹ ਸਾਖੀ ਦਾ ਹੀ ਮਾਨੋ ਇਸ਼ਾਰਾ ਹੈ ਕਵੀ ਜੀ ਨੇ ਇੱਥੇ ਛੰਦਾਬੰਦੀ ਵਿੱਚ ਦੋਹਰੇ 'ਚ ਕੀਤਾ ਹੋਇਆ, ਵੀ ਜਿਹੜਾ ਸੰਤਾਂ ਦਾ ਸਮਾਜ ਇਕੱਠ ਸਮਾਗਮ ਹੈ, ਉਹ ਬੜਾ ਆਸ਼ਚਰਜ ਇੱਕ ਸਰੋਵਰ ਹੈ। ਤੇ ਉਸ ਵੇ ਐਸੇ ਸਰੋਵਰ ਵਿੱਚ ਜਿਹੜੇ ਸੰਤਾਂ ਦੇ ਇਕੱਠ ਵਿੱਚ ਜਾ ਕੇ ਮਿਲਣਾ ਹੈ, ਇਸ਼ਨਾਨ ਕਰਨਾ ਹੈ। ਇਹ ਇਸ਼ਨਾਨ ਕਰਨ ਨਾਲ ਜਿਹੜੇ ਕਾਵਾਂ ਵਰਗੀ ਜਿਹੜੇ ਮਨੁੱਖਾਂ ਦੀ ਬਿਰਤੀ ਹੈ, ਕਾਂ ਕਾਂ ਕਰਦੇ ਹੈ, ਨਿੰਦਿਆ ਕਰਦੇ ਹੈ, ਸ਼ੈਤਾਨ ਹੈ, ਚੰਚਲ ਹੈ, ਲਿਦ ਖਾਨ ਰੂਪ ਨਿੰਦਿਆ ਜਿਹੜੇ ਕਰੀ ਸੁਣੀ ਜਾਂਦੇ ਹੈ, ਉਹ ਕਾਵਾਂ ਤੋਂ ਕੋਇਲ ਵਾਂਗ ਬੜੇ ਮਿੱਠੇ ਬੋਲੀ ਵਾਲੇ ਮਿੱਠੇ ਹੋ ਜਾਂਦੇ, ਜਿਵੇਂ ਕੋਇਲ ਦੀ ਬੜੀ ਸੋਭਾ ਹੈ। ਜਿਹੜੇ ਬੰਗਲਿਆਂ ਵਾਂਗ ਪਖੰਡੀ ਹੈ, ਉਹ ਹੰਸ ਤਤ ਬੇਤੇ ਬ੍ਰਹਮ ਗਿਆਨੀ ਬਣ ਜਾਂਦੇ ਆ। ਸੰਤਾਂ ਦੇ ਸਮਾਜ ਇਕੱਠ ਵਿੱਚ ਇਸ ਸਰੋਵਰ ਰੂਪੀ ਇਸ਼ਨਾਨ ਕਰਨ ਨਾਲ। ਸ੍ਰੀ ਬਾਲਾ ਸੰਦਰਵਾਚ ਚੌਪਈ ਬਾਲਾ ਕਹਿਤ ਰੁਚਿਰ ਇਤਿਹਾਸਾ। ਭਾਈ ਬਾਲਾ ਜੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਹੈ ਉਹ ਕਹਿੰਦੇ ਹਨ। ਸ੍ਰੀ ਅੰਗਦ ਜੀ ਸੋਹਣਾ ਸੁਖ ਰਾਸਾ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਸਾਰੇ ਸੁੱਖਾਂ ਦੇ ਰਾਸ ਖਜ਼ਾਨਾ ਰੂਪ। ਅੱਗੇ ਕਥਾ ਸੁਣੋ ਜੀ। ਹਮ ਕੋ ਧਰੁਵ ਮਲੋਕ ਮਹਸ਼ੋਰਾ। ਗੁਰੂ ਨਾਨਕ ਸਾਹਿਬ ਜੀ ਨੇ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਸਾਨੂੰ ਉੱਥੇ ਧਰੂ ਲੋਕ ਧਰੂਪੁਰੀ ਵਿੱਚ ਹੀ ਛੱਡ ਦਿੱਤਾ। ਗਮਨੈ ਸੱਚਖੰਡ ਕੀ ਓਰਾ। ਜਿੱਥੇ ਵਾਹਿਗੁਰੂ ਦਾ ਵਾਸਾ ਹੈ, ਸੱਚਖੰਡ ਵਸੈ ਨਿਰੰਕਾਰ, ਉਸ ਸੱਚਖੰਡ ਦੀ ਤਰਫ ਸਤਿਗੁਰੂ ਜੀ ਸਾਨੂੰ ਧਰੂਪੁਰੀ ਵਿੱਚ ਛੱਡ ਕੇ ਸੱਚਖੰਡ ਦੀ ਤਰਫ ਦਰਸ਼ਨਾਂ ਲਈ ਚਲੇ ਗਏ। ਤਿਹ ਬਿਰਤਾਂਤ ਦੇਖਿਓ ਨਹਿ ਕੈਸੇ। ਮਹਾਰਾਜ ਜੀ ਉਸ ਸੱਚਖੰਡ ਵਿੱਚ ਕੀ ਵਰਤੰਤ ਕਹੀਏ ਪ੍ਰਸੰਗ ਹੋਇਆ, ਉਹ ਤੇ
ਮੈਂ ਬਾਲੇ ਨੇ ਕਿਸੇ ਤਰ੍ਹਾਂ ਨਹੀਂ ਦੇਖਿਆ। ਜਿਉ ਮੈਂ ਸੁਨਿਓ ਸੁਨਾਵਾਂ ਤੈਸੇ। ਪਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਦਰਸ਼ਨ ਕਰਕੇ ਆਏ ਤੇ ਉਹਨਾਂ ਤੋਂ ਮੈਂ ਸਰਵਣ ਕੀਤਾ, ਜਿਵੇਂ ਸੁਣਿਆ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ, ਉਸੇ ਤਰ੍ਹਾਂ ਹੀ ਤੁਹਾਨੂੰ ਮੈਂ ਸੁਣਾਉਂਦਾ ਹਾਂ। ਛਿਨਕ ਵਿਖੇ ਪਹੁੰਚੇ ਸੁਖਦਾਨੀ। ਧਰੂ ਮੰਡਲ ਤੋਂ, ਧਰੂਪੁਰੀ ਤੋਂ ਗੁਰੂ ਨਾਨਕ ਸਾਹਿਬ ਜੀ ਅੱਖ ਦੇ ਝਮੱਕੇ ਮਾਤਰ ਹੀ ਜਿਹੜਾ ਸੱਚਖੰਡ ਜਾ ਪਹੁੰਚੇ ਸੀ। ਜਿਹ ਸੁਠ ਰਚਨਾ ਬਣੀ ਮਹਾਨੀ। ਜਿਸ ਸੱਚਖੰਡ ਦੀ ਜਿਹੜੀ ਰਚਨਾ ਬਣਾਵਟ ਬਣਤਰ ਹੈ ਬੜੀ ਸੋਹਣੀ ਮਹਾਣੀ ਬਣੀ ਹੋਈ ਸੀ। ਅਨੇਕ ਵਿਧਨ ਕੇ ਉਪਬਨ ਰੂਰੇ। ਹੈ ਤੇ ਉਹ ਸੱਚਖੰਡ ਦਾ ਕਥਨ ਕਿ ਨਾਨਕ ਕਥਨਾ ਕਰੜਾ ਸਾਰ ਹੈ, ਵੀ ਕਹਿਣਾ ਬੜਾ ਕਠਨ ਹੈ, ਕਿਹਾ ਨਹੀਂ ਜਾ ਸਕਦਾ। ਜਿਵੇਂ ਸਾਰ ਲੋਹਾ ਬੜਾ ਸਖਤ ਹੈ ਤੇ ਉਹ ਭੰਨਣਾ ਤੋੜਨਾ ਬੜਾ ਔਖਾ ਹੋ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਸੱਚਖੰਡ ਦਾ ਨਾਨਕ ਕਥਨਾ ਕਰੜਾ ਸਾਰ, ਲੋਹੇ ਵਾਂਗ ਬੜਾ ਕਥਨ ਕਰਨਾ ਸਖਤ ਹੈ, ਕਰੜਾ ਹੈ, ਕਿਹਾ ਨਹੀਂ ਜਾ ਸਕਦਾ। ਉੱਥੇ ਤੋਂ ਉਪਮਾ ਕਹੀ ਨਹੀਂ ਜਾ ਸਕਦੀ ਵੀ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਦੇਖਿਆ ਹੀ ਪ੍ਰਵਾਨ ਹੈ, ਕਹਿਣ ਦੀ ਕੋਈ ਸੋਭਾ ਨਹੀਂ ਵੀ ਕੈਸਾ ਹੈ ਸੱਚਖੰਡ। ਪਰ ਉਹ ਸਾਡੀ ਦ੍ਰਿਸ਼ਟੀ ਦਾ ਗੋਚਰਾ ਕਰਨ ਵਾਸਤੇ ਕਵੀ ਜੀ ਇੱਥੇ ਸੌਖੇ ਢੰਗ ਨਾਲ ਹੀ ਦੱਸ ਰਹੇ ਹੈ। ਜਿਵੇਂ ਭਾਈ ਮਣੀ ਸਿੰਘ ਜੀ ਦੀ ਜਿਹੜੀ ਪੁਰਾਤਨ ਜਨਮ ਸਾਖੀ ਲਿਖੀ ਹੋਈ ਹੈ ਗੁਰੂ ਨਾਨਕ ਸਾਹਿਬ ਵਾਲੀ, ਉਹਦੇ ਵਿੱਚ ਇਵੇਂ ਕਥਨ ਕੀਤਾ ਹੈ। ਅਤੇ ਕਵੀ ਸਾਹਿਬ ਜੀ ਸਾਡੇ ਨੇਤਰਾਂ ਦੇ ਗੋਚਰਾ ਕਰਨ ਲਈ, ਢੰਗ ਦੇ ਨਾਲ ਹੀ ਸੌਖਾ ਕਰਨ ਲਈ ਵੀ ਸਾਨੂੰ ਸਮਝ ਪੈ ਜਾਵੇ, ਅਸੀਂ ਵੀ ਉਹ ਸੱਚਖੰਡ ਦਾ ਅਨੁਭਵ ਕਰ ਲਈਏ, ਜਿਸ ਕਰਕੇ ਢੰਗ ਨਾਲ ਹੀ ਉਹ ਦੱਸ ਰਹੇ ਹੈ, ਦਰਸਾ ਰਹੇ ਸੱਚਖੰਡ ਦੀ ਰਚਨਾ। ਨਹੀਂ ਤੇ ਸੱਚਖੰਡ ਬਾਰੇ ਤਾਂ ਦੱਸਿਆ ਨਹੀਂ ਜਾ ਸਕਦਾ ਵੀ ਕੈਸਾ ਹੈ। ਅਤੇ ਕਹਿੰਦੇ ਹੈ ਵੀ ਜਿੱਥੇ ਸੱਚਖੰਡ ਵਿੱਚ ਅਨੇਕਾਂ ਤਰ੍ਹਾਂ ਦੇ ਬਾਗ ਬਗੀਚੇ ਸੋਹਣੇ ਜਿਹੜੇ ਬਣੇ ਹੋਏ ਐ, ਸਾਖਾ ਨਿਵੀ ਫਲਨ ਰਸ ਪੂਰੇ। ਉੱਥੇ ਜਿਹੜੇ ਐ ਬ੍ਰਿਸ਼ ਹੈ ਜਿਨ੍ਹਾਂ ਦੀਆਂ ਟਾਹਣੀਆਂ ਨਿਵੀਆਂ ਹੋਈਆਂ, ਲੱਗੇ ਹੋਏ ਜਿਹੜੇ ਫਲ ਹੈ ਉਹ ਰਸਾਂ ਨਾਲ ਭਰੇ ਹੋਏ ਹਨ। ਕੁਸਮ ਬਾਟਕਾ ਬਣੀ ਸਹਾਈ। ਉੱਥੇ ਸੱਚਖੰਡ ਵਿੱਚ ਫੁੱਲਾਂ ਦੀਆਂ ਜਿਹੜੀਆਂ ਬਗੀਚੀਆਂ ਬਹੁਤ ਸੋਹਣੀਆਂ ਜਿਹੜੀਆਂ ਬਣੀਆਂ ਹੋਈਆਂ, ਫੁੱਲ ਬਗੀਚੇ ਖਿੜੇ ਹੋਏ ਐ। ਭੌਰ ਗੁੰਜਾਰ ਜਿਨਹ ਪਰ ਲਾਈ। ਜਿਨ੍ਹਾਂ ਫੁੱਲਾਂ ਬਗੀਚੀਆਂ ਉੱਪਰ ਭੌਰਿਆਂ ਨੇ ਆਪਣੀਆਂ ਗੁੰਜਾਰਾਂ ਲਾਈਆਂ ਹੋਈਆਂ, ਉਹ ਆਵਾਜ਼ਾਂ ਜਿਹੀਆਂ ਕੱਢਦੇ ਉੱਤੇ ਘੁੰਮਦੇ ਫਿਰਦੇ ਹਨ। ਕਰਹਿ ਨਿਰੰਤਰ ਹਰ ਜਸ ਗਾਨਾ। ਜਿਸ ਸੱਚਖੰਡ ਸਥਾਨ 'ਤੇ ਵਾਹਿਗੁਰੂ ਦਾ ਜਿਹੜਾ ਜਸ ਹੈ, ਇੱਕ ਰਸ ਗਾਉਣਾ ਕਰ ਰਹੇ ਹੈ ਸਾਰੇ। ਹੰਸ ਕੀਰਾ ਪਿਕ ਜੇ ਖਗ ਨਾਨਾ। ਹੰਸ ਵੀ, ਤੋਤੇ, ਕੋਇਲਾਂ, ਹੋਰ ਜਿਹੜੇ ਨਾਨਾ ਤਰ੍ਹਾਂ ਦੇ ਪੰਛੀ ਹੈ ਮਿੱਠੀਆਂ ਆਵਾਜ਼ਾਂ ਵਿੱਚ ਬੋਲਣ ਵਾਲੇ। ਔਰ ਵੱਡੋ ਸੁੰਦਰ ਉਜਿਆਰਾ। ਸੱਚਖੰਡ ਦਾ ਜਿਹੜਾ ਸਭ ਤੋਂ ਪਹਿਲਾ ਦਰਵਾਜ਼ਾ ਹੈ ਪੌਰ ਦਰਸ਼ਨੀ ਡਿਓੜੀ ਦਾ, ਉਹ ਬੜਾ ਸੋਹਣਾ ਤੇ ਉਜਲ ਹੈ। ਹੀਰੇ ਮਾਨਕ ਲੱਗੇ ਅਪਾਰਾ। ਜਿਸ ਸੱਚਖੰਡ ਦੇ ਪਹਿਲੇ ਦਰਵਾਜ਼ੇ ਨੂੰ ਹੀ ਜਿਹੜੇ ਹੀਰੇ ਤੇ ਮਾਣਕ ਰਤਨ ਬੇਅੰਤੀ ਲੱਗੇ ਹੋਏ ਐ। ਭਗਤ ਜਿਨ ਮੋਖ ਸਲੋਕਾ। ਜਿਹਦੇ ਵਿੱਚ ਉਹ ਪਹਿਲੀ ਦਰਸ਼ਨੀ ਡਿਓੜੀ ਦੇ ਸੱਚਖੰਡ ਵਿੱਚ ਸ਼ਲੋਕ ਮੁਕਤੀ ਵਾਲੇ ਸਾਰੇ ਭਗਤ ਹੈ। ਵਿਚਰਤ ਹੈ ਹਰਖਤ ਬਿਨ ਸੋਕਾ। ਉਹ ਸ਼ਲੋਕ ਮੁਕਤੀ ਵਾਲੇ ਭਗਤ ਇੱਧਰ ਉੱਧਰ ਉੱਥੇ ਸੱਚਖੰਡ ਵਿੱਚ ਵਿਚਰ ਰਹੇ ਹੈ, ਜਿਹੜੇ ਬਿਨਾਂ ਸ਼ੋਕ ਤੋਂ ਹੀ, ਬਿਨਾਂ ਗਮ ਤੋਂ ਬੜੇ ਖੁਸ਼ ਹੋਏ ਹੈ, ਖੁਸ਼ ਹੋ ਕੇ ਪ੍ਰਸੰਨਤਾ ਨਾਲ ਹੀ ਵਿਚਰ ਰਹੇ ਹੈ। ਇਹ ਚਾਰ ਪ੍ਰਕਾਰ ਦੀ ਮੁਕਤੀ ਹੈ। ਅਤੇ ਉਹ ਜਿਹੋ ਜਿਹੀ ਕੋਈ ਭਗਤ ਕਮਾਈ ਕਰਦਾ ਹੈ
ਤੇ ਉਹਨੂੰ ਉਹੋ ਜਿਹਾ ਸਥਾਨ, ਉਹ ਜਿਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਕਮਾਈ ਦੇ ਨਾਲ ਹੀ ਉਹ ਮੁਕਤੀ ਮਿਲਦੀ ਹੈ। ਇਹ ਸਲੋਕ ਮੁਕਤੀ ਹੈ, ਭਾਵ ਜਿਸ ਦਾ ਧਿਆਨ ਕਰਨਾ ਉਸ ਦੇ ਲੋਕ ਦੇ ਬਣ ਜਾਣਾ। ਜਿਵੇਂ ਇੱਥੋਂ ਚੰਡੀਗੜ੍ਹ ਕੋਈ ਚਲਿਆ ਜਾਵੇ, ਕੋਈ ਉਹਦਾ ਸੰਬੰਧ ਕਰਨ ਵਾਲਾ ਮੰਤਰੀ ਵੱਡਾ ਰਹਿੰਦਾ ਹੋਵੇ ਤੇ ਆਪ ਵੀ ਜਾ ਕੇ ਉੱਥੇ ਚਲਿਆ ਜਾਵੇ, ਪਰ ਸੁੱਖ ਸਹੂਲਤ ਜਿਹੜੀ ਮੰਤਰੀ ਨੂੰ ਆਪ ਨੂੰ ਨਾ ਹੋਣੀ, ਪਰ ਉਸ ਦੇ ਲੋਕ ਚਲੇ ਜਾਣਾ, ਉਸ ਦੇ ਸ਼ਹਿਰ ਚਲੇ ਜਾਣਾ, ਤੇ ਉੱਥੇ ਜਿਹੜੀ ਸੁੱਖ ਸਹੂਲਤ ਉਹ ਪੂਰੀ ਨਾ ਹੋਣੀ ਜਿਵੇਂ ਮੰਤਰੀ ਨੂੰ ਹੁੰਦੀ ਹੈ, ਤੇ ਉਹ ਦੂਜੇ ਨੂੰ ਥੋੜ੍ਹੀ ਨਹੀਂ ਹੋਣੀ ਹੈ। ਇਸੇ ਤਰ੍ਹਾਂ ਹੀ ਜਿਵੇਂ ਰਾਜੇ ਦੇ ਬਾਗ ਬਗੀਚੇ ਹੁੰਦੇ, ਉਹ ਰਾਜੇ ਨੂੰ ਸੁੱਖ ਸਹੂਲਤਾਂ ਹੁੰਦੀਆਂ ਸਾਰੀਆਂ, ਪਰ ਜਿਹੜਾ ਮਾਲੀ ਹੁੰਦਾ ਹੈ ਤੇ ਉਹ ਵੀ ਉੱਥੇ ਫਲ ਖਾ ਪੀ ਲੈਂਦਾ ਹੈ ਤੋੜ ਤਾੜ ਕੇ, ਤੇ ਬਗੀਚੇ ਵਿੱਚ ਟਹਿਲ ਵੀ ਲੈਂਦਾ ਹੈ, ਉਹਨੂੰ ਵੀ ਥੋੜ੍ਹੀ ਸਹੂਲਤ ਮਿਲ ਜਾਂਦੀ ਹੈ। ਇਵੇਂ ਜਿਹੜੀ ਸਲੋਕ ਮੁਕਤੀ ਹੈ ਵੀ ਸਵੈ ਲੋਕ, ਉਹ ਲੋਕ ਚਲੇ ਜਾਣਾ ਸੱਚ ਜਿੱਥੇ ਉਹ ਜਿਹਦੀ ਆਪਾਂ ਆਰਾਧਨਾ ਕੀਤੀ ਹੈ। ਜਿਹੜੇ ਸਲੋਕ ਮੁਕਤੀ ਵਾਲੇ ਭਗਤ ਹੈ, ਪਹਿਲੇ ਸੱਚਖੰਡ ਦੇ ਦਰਵਾਜ਼ੇ ਉੱਪਰ ਦਿਉੜੀ ਵਿੱਚ ਵਿਚਰ ਰਹੇ ਹੈ, ਬਿਨਾਂ ਸ਼ੋਕ ਗਮ ਤੋਂ ਪ੍ਰਸੰਨ ਹੋ ਕੇ। ਸੁਪਨੇ ਮਾਤਰ ਜਹ ਨਾ ਵਿਕਾਰਾ। ਜਿਨ੍ਹਾਂ ਸਲੋਕ ਮੁਕਤੀ ਵਾਲੇ ਭਗਤਾਂ ਵਿੱਚ ਸੁਪਨੇ ਮਾਤਰ ਵੀ ਕੋਈ ਮਾੜਾ ਵਿਕਾਰ ਨਹੀਂ ਹੈ, ਭੈੜਾ ਮੰਦਾ ਵਿਕਾਰ ਨਹੀਂ ਫੁਰਦਾ ਉਹਨਾਂ ਨੂੰ। ਹਿਰਦਾ ਪ੍ਰਕਾਸ਼ ਗਿਆਨ ਅਪਾਰਾ। ਤੇ ਉਹਨਾਂ ਭਗਤਾਂ ਵਿੱਚ, ਉਹਨਾਂ ਦੇ ਹਿਰਦੇ ਵਿੱਚ ਜਿਹੜਾ ਬ੍ਰਹਮ ਗਿਆਨ ਬੇਅੰਤੀ ਪ੍ਰਕਾਸ਼ ਹੋ ਰਿਹਾ, ਪ੍ਰਗਟ ਰੂਪ ਹੀ। ਸੁੰਦਰ ਮੰਦਰ ਕੰਚਨ ਕੇਰੇ। ਉੱਥੇ ਜਿਹੜੇ ਹੈ ਸੋਹਣੇ ਮੰਦਰ ਹੈ, ਮਕਾਨ ਹੈ, ਜਿਹੜੇ ਸੋਨੇ ਦੇ ਬਣੇ ਹੋਏ ਹੈ। ਖਚੀ ਮਣਕ ਜਗ ਮਗਤ ਕਨੇਰੇ। ਜਿਨ੍ਹਾਂ ਮਕਾਨਾਂ ਵਿੱਚ ਮਣੀਆਂ ਜਿਹੜੀਆਂ ਜੜੀਆਂ ਹੋਈਆਂ ਜੋ ਬਹੁਤ ਚਮਕਦੀਆਂ ਹਨ। ਸਿਲਾ ਫਟਕ ਕੀ ਮਲਾ ਕਪਾਟਾ। ਸਿਲਾ ਜਿਹੜੀਆਂ ਹਨ, ਕੰਧਾਂ ਆਦਿਕ ਅਟਾਰੀਆਂ, ਉਹ ਤੇ ਸਾਰੀਆਂ ਬਲੌਰ ਦੇ ਕੱਚ ਦੀਆਂ ਬਣੀਆਂ ਹੋਈਆਂ। ਜਿਹੜੇ ਤਖਤੇ ਲੱਗੇ ਮਕਾਨਾਂ ਨੂੰ, ਉਹ ਚੰਦਨ ਦੇ ਲੱਗੇ ਹੋਏ ਐ। ਮੁਕਤਾ ਕੀ ਤੋਰਨ ਦਰ ਠਾਟਾ। ਮੋਤੀਆਂ, ਸੁੱਚੇ ਮੋਤੀਆਂ ਦੀਆਂ ਜਿਹੜੀਆਂ ਬੰਧਨ ਵਾਰਾਂ ਦਰਵਾਜ਼ਿਆਂ ਉੱਪਰ ਵੱਜੀਆਂ ਹੋਈਆਂ, ਜੋ ਬਹੁਤ ਸਜ ਰਹੀਆਂ ਹਨ। ਤਹ ਜਬ ਪਹੁੰਚੇ ਸ੍ਰੀ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਜਦੋਂ ਸਲੋਕ ਮੁਕਤੀ ਵਾਲੇ ਭਗਤਾਂ ਦੇ ਪਾਸ ਪਹੁੰਚੇ ਹੈ। ਭਗਤਨ ਸਭਨ ਬੰਦਨਾ ਠਾਨੀ। ਉਹ ਸਾਰੇ ਸਲੋਕ ਮੁਕਤੀ ਵਾਲੇ ਭਗਤਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਅਨੇਕ ਭਾਂਤ ਕੀ ਉਸਤਤ ਕਰਕੇ। ਅਨੇਕਾਂ ਤਰ੍ਹਾਂ ਦੀ ਸਤਿਗੁਰੂ ਜੀ ਦੀ ਉਸਤਤ ਵਡਿਆਈ ਮਹਿਮਾ ਕਰਕੇ। ਪਰਮ ਸੁਖੀ ਭੇ ਰੂਪ ਨਿਹਰ ਕਾ। ਗੁਰੂ ਸਾਹਿਬ ਜੀ ਦਾ ਜਿਹੜਾ ਸੋਹਣਾ ਸਰੂਪ ਹੈ, ਸਰੂਪ ਨੂੰ ਦੇਖ ਕੇ ਇਹ ਭਗਤ ਸਲੋਕ ਮੁਕਤੀ ਵਾਲੇ ਬਹੁਤ ਸੁਖੀ ਹੋਏ ਹੈ। ਤਹਾਂ ਤੇ ਗਮਨੇ ਬਹੁਰ ਅਗਾਰੀ। ਇਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਫਿਰ ਉਹ ਸਲੋਕ ਮੁਕਤੀ ਵਾਲੇ ਭਗਤਾਂ ਤੋਂ ਗੁਰੂ ਨਾਨਕ ਸਾਹਿਬ ਜੀ ਅੱਗੇ ਜਿਹੜਾ ਚਲੇ ਗਏ। ਬਣੀ ਮੰਦਰਨ ਉਪਮਾ ਭਾਰੀ। ਜਿੱਥੇ ਆ ਮੰਦਰਾਂ ਮਕਾਨਾਂ ਦੀ ਜਿਹੜੀ ਉਪਮਾ ਬੜੀ ਭਾਰੀ ਬਣੀ ਹੋਈ ਹੈ। ਅਜਰਨ ਬਿਖਾ ਮਣਕ ਗਚਕਾਰੀ। ਜਿਨ੍ਹਾਂ ਮੰਦਰਾਂ ਦੇ ਵਿਹੜਿਆਂ ਵਿੱਚ ਮਣੀਆਂ ਹੀ ਮਣੀਆਂ ਜੜੀਆਂ ਹੋਈਆਂ ਹਨ। ਜਿਨਕੇ ਬਰਨਾ ਅਨੇਕ ਪ੍ਰਕਾਰੀ। ਜਿਨ੍ਹਾਂ ਮਣੀਆਂ ਦੇ ਰੰਗ ਅਨੇਕਾਂ ਹੀ ਤਰ੍ਹਾਂ ਦੇ ਹੈ। ਬਸ ਹੈ ਭਗਤ ਤਿਨ ਬੀਚ ਅਨੂਪਾ। ਐਸੇ ਮੰਦਰਾਂ ਵਿਹੜਿਆਂ ਵਿੱਚ ਮਕਾਨਾਂ ਵਿੱਚ ਜਿਹੜੇ ਭਗਤ ਹੈ ਉਹ ਵਸਦੇ ਹੈ, ਅਨੂਪਮ ਉਪਮਾ ਤੋਂ ਰਹਿਤ ਬੜੇ ਸੁੰਦਰ। ਜੇ ਨਹੀਂ ਪਾਈ ਮੋਖ ਸਰੂਪਾ। ਜਿਨ੍ਹਾਂ ਭਗਤਾਂ ਨੇ ਸਰੂਪ ਮੁਕਤੀ ਪਾਈ ਹੋਈ ਸੀ ਵੀ ਜਿਹੋ ਜਿਹਾ ਉਹ ਜਿਸ ਦੀ ਆਰਾਧਨਾ ਕਰਨੀ ਉਹਦਾ ਸਰੂਪ ਹੋਣਾ, ਉਹੋ ਜਿਹਾ ਸਰੂਪ ਪਾ ਲੈਣਾ।
ਜਿਵੇਂ ਭਗਵਾਨ ਦਾ ਸਰੂਪ ਹੈ ਉਸੇ ਤਰ੍ਹਾਂ ਦਾ ਹੀ ਸਰੂਪ ਉਹ ਜਿਨ੍ਹਾਂ ਭਗਤਾਂ ਨੇ ਪਾਇਆ ਹੋਇਆ ਉਹ ਸਰੂਪ ਮੁਕਤੀ ਵਾਲੇ ਹੈ, ਜਿਨ੍ਹਾਂ ਨੇ ਸਰੂਪ ਮੁਕਤੀ ਪਾਈ ਹੋਈ ਸੀ। ਪੀਤ ਬਸਨ ਤਨ ਸ਼ਾਮ ਸੋਬਰਨਾ, ਉਹਨਾਂ ਭਗਤਾਂ ਦੇ ਜਿਹੜੇ ਪੀਲੇ ਵਸਤਰ ਹੈ, ਸਰੀਰ ਦਾ ਰੰਗ ਸ਼ਾਮ ਹੈ, ਨੀਲਾ ਜਿਹਾ। ਅਤ ਸੁੰਦਰ ਸ਼ਬ ਮਨ ਕੀ ਹਰਨਾ, ਬਹੁਤ ਸੁੰਦਰ ਹੈ, ਜਿਨ੍ਹਾਂ ਦੀ ਛਵੀ ਮਨ ਨੂੰ ਚੁਰਾ ਲੈਣ ਵਾਲੀ। ਦੋਹਰਾ ਨੀਲ ਸ਼ਿਲਾ ਪਰ ਭੋਰ ਜਿਉ, ਜਿਵੇਂ ਕਹਿੰਦੇ ਵੀ ਨੀਲੀ ਸਿਲਾ ਹੋਵੇ ਪੱਥਰ ਦੀ, ਉਹਦੇ ਉੱਪਰ ਸਵੇਰੇ ਸਵੇਰੇ ਆਤਪ ਪਰਿਓ ਸਹਾਏ, ਜਦੋਂ ਜਿਵੇਂ ਸਵੇਰ ਵੇਲੇ ਧੁੱਪ ਪਵੇ ਤਾਂ ਬੜਾ ਸੋਭਨੀਕ ਹੁੰਦਾ ਹੈ ਪੱਥਰ ਨੀਲਾ, ਜਦੋਂ ਉਹਦੇ ਉੱਪਰ ਉਹ ਧੁੱਪ ਪੈਂਦੀ ਹੈ। ਇਸੇ ਤਰ੍ਹਾਂ ਜਿਹੜੇ ਸਰੂਪ ਮੁਕਤੀ ਵਾਲੇ ਭਗਤ ਹੈ ਉਹਨਾਂ ਦੇ ਸ਼ਾਮ ਨੀਲੇ ਰੰਗ ਹੈ ਤੇ ਬੜੇ ਉਹ ਚਮਕਦੇ ਹਨ। ਕੁੰਡਲ ਮੀਨਾਕਾਰ ਜੇ, ਜਿਹੜੇ ਕੁੰਡਲ ਹੈ ਮੀਨਾਕਾਰ ਮੱਛੀ ਦੇ ਆਕਾਰ ਵਾਲੇ ਬਣੇ ਹੋਏ, ਕੰਨਾਂ ਵਿੱਚ ਕੁੰਡਲ, ਪਹਿਰੇ ਕਰਨ ਸੁਭਾਏ, ਉਹ ਉਹਨਾਂ ਨੇ ਪਹਿਨੇ ਹੋਏ ਹੈ ਕੰਨਾਂ ਵਿੱਚ, ਬੜੇ ਸੋਭਨੀਕ ਜੋ ਸੋਭਦੇ ਹਨ, ਜਿਨ੍ਹਾਂ ਕੁੰਡਲਾਂ ਦਾ ਆਕਾਰ ਮੱਛੀ ਵਰਗਾ ਹੈ। ਚੌਪਈ ਚਾਰ ਭੁਜਾ ਭੂਖਨ ਜਨ ਚਾਰੂ, ਜਿਨ੍ਹਾਂ ਭਗਤਾਂ ਦੀਆਂ ਚਾਰ ਚਾਰ ਬਾਹਾਂ ਹੈ ਤੇ ਚਾਰੇ ਬਾਹਾਂ ਚਾਰ ਚਾਰ ਸੋਹਣੇ ਗਹਿਣਿਆਂ ਦੇ ਸਹਿਤ ਹਨ। ਕੰਕਨ ਅੰਗਦ ਮੁੰਦਰਿਕ ਧਾਰੂ, ਤੇ ਹੱਥ ਗੋਟ ਵਿੱਚ ਕੜੇ ਪਹਿਨੇ ਹੋਏ ਹੈ, ਮੋਢਿਆਂ ਦੇ ਬੌਟੇ ਬੰਨੇ ਹੋਏ ਹੈ, ਹੱਥਾਂ ਵਿੱਚ ਛੱਲੇ ਧਾਰਨ ਕੀਤੇ ਪਾਏ ਹੋਏ ਹੈ। ਸੀਸ ਕਰੀਟ ਧਰੇ ਛਬ ਪਾਵਤ, ਸੀਸ ਉੱਪਰ ਮੁਕਟ ਸਭ ਨੇ ਧਾਰੇ, ਸਾਰੇ ਨੇ ਧਾਰੇ ਹੋਏ ਹੈ, ਜੋ ਬੇਅੰਤੀ ਛਵੀ ਪਾਉਂਦੇ ਹਨ। ਹੱਥ ਕੁੰਤਲ ਕਾਚ ਮਨਹ ਚਰਾਵਤ, ਤੇ ਕੁੰਡਲਦਾਰ ਉਹਨਾਂ ਦੇ ਕੇਸ ਹੈ ਕਾਲੇ, ਜਿਹੜੇ ਮਨ ਨੂੰ ਚਰਾਉਂਦੇ ਹੈ। ਤਾਹਾਂ ਪਹੁੰਚੇ ਜਾਏ ਕਿਰਪਾਲਾ, ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਉਹ ਸਰੂਪ ਮੁਕਤੀ ਵਾਲੇ ਭਗਤਾਂ ਪਾਸ ਜਾ ਪਹੁੰਚੇ। ਮਿਲੇ ਭਗਤ ਉਠ ਪ੍ਰੇਮ ਵਿਸਾਲਾ, ਇਹ ਜਿੰਨੇ ਭਗਤ ਸੀ ਬੜੀ ਛੇਤੀ ਉੱਠੇ ਆ ਤੇ ਉੱਠ ਕੇ ਮਹਾਰਾਜ ਨੂੰ ਮਿਲੇ ਆ ਬਹੁਤ ਪ੍ਰੇਮ ਦੇ ਨਾਲ। ਬੰਧਨ ਕਰਹਿ ਬੰਦ ਕਰ ਦੋ, ਤੇ ਦੋਵੇਂ ਹੱਥ ਜੋੜ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਰੂਪ ਮੁਕਤੀ ਵਾਲੇ ਭਗਤ ਮੱਥੇ ਟੇਕ ਰਹੇ ਹੈ। ਪਰਮ ਆਨੰਦ ਪਾਏ ਔਰ ਸੋ, ਤੇ ਆਪਣੇ ਹਿਰਦਿਆਂ ਵਿੱਚ ਇਹਨਾਂ ਭਗਤਾਂ ਨੇ ਗੁਰੂ ਦਾ ਦਰਸ਼ਨ ਕਰਕੇ ਬਹੁਤ ਆਨੰਦ ਪਾਇਆ ਹੈ। ਪ੍ਰਸੰਸਹ ਤੁਮ ਆਦ ਅਨਾਦੋ, ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਕਰ ਲੱਗੇ, ਕਹਿੰਦੇ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੇ ਸ੍ਰਿਸ਼ਟੀ ਦੇ ਆਦਿ ਹੋ, ਆਦ ਰੂਪ ਹੋ, ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਵੀ ਆਦ ਹੋ ਤੇ ਆਪ ਤੁਸੀਂ ਅਨਾਦਿ ਹੋ, ਤੁਹਾਡਾ ਕੋਈ ਆਦ ਨਹੀਂ ਹੈ ਜੀ। ਸਰਬ ਜਨਨ ਦਾਨੀ ਅਹਲਾਦੋ, ਜੋ ਆਪਣੇ ਸਾਰੇ ਭਗਤਾਂ ਜਨਾਂ ਨੂੰ ਆਨੰਦ ਦਾ ਦਾਨ ਹੀ ਦੇਣ ਵਾਲੇ ਹੋ। ਮਹਿਮਾ ਨਾਮ ਜਗਤ ਵਿਸਤਾਰਕ, ਆਪ ਜੀ ਸੰਸਾਰ ਵਿੱਚ ਨਾਮ ਦੀ ਮਹਿਮਾ ਫੈਲਾਉਣ ਵਾਲੇ ਹੋ ਜੀ। ਜੁਗ ਜੁਗ ਭਗਤਨ ਕੋ ਰਖਵਾਰਕ, ਭਾਵੇਂ ਸਤਜੁਗ ਹੋਵੇ ਭਾਵੇਂ ਤ੍ਰੇਤਾ ਦੁਆਪਰ ਕਲਯੁਗ, ਜੁਗਾਂ ਜੁਗਾਂ ਵਿੱਚ ਆਪ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲੇ ਹੋ ਜੀ। ਮ੍ਰਿਦਲ ਮਧੁਰ ਤਿਨ ਸੋ ਬਚ ਕਹਿ ਕੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਸੱਚਖੰਡ ਦੇ ਦੂਸਰੇ ਦਰਵਾਜ਼ੇ ਗਏ ਹੈ, ਜਿੱਥੇ ਸਰੂਪ ਮੁਕਤੀ ਵਾਲੇ ਭਗਤ ਰਹਿ ਰਹੇ ਸੀ, ਉਹਨਾਂ ਨਾਲ ਬੜੇ ਮਿੱਠੇ ਤੇ ਪਿਆਰੇ ਬਚਨ ਕਹਿ ਕੇ ਗਮਨੇ ਪ੍ਰਭ ਦਰਸ਼ਨ ਹਿਤ ਚਹਕਾ, ਤੇ ਹਿਤ ਬੜਾ ਹਿਤ ਜਿਹਾ ਚਾਹ ਕੇ, ਪ੍ਰੇਮ ਜਿਹਾ ਚਾਹ ਕੇ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ
ਸਰੂਪ ਮੁਕਤੀ ਵਾਲੇ ਭਗਤਾਂ ਤੋਂ ਅੱਗੇ ਚਲੇ ਗਏ। ਇਹ ਆਗੇ ਬੇਦੀ ਕੁਲ ਦੀਪਾ, ਜੋ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਅੱਗੇ ਚਲੇ ਗਏ। ਜਹ ਜਨ ਪਾਈ ਮੋਖ ਸਮੀਪਾ, ਜਿੱਥੇ ਉਹ ਭਗਤ ਜਨਾਂ ਨੇ ਸਮੀਪ ਮੁਕਤੀ ਪਾਈ ਹੋਈ ਸੀ ਵੀ ਵਾਹਿਗੁਰੂ ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਤੇ ਇਹੀ ਚਾਹੀਦਾ ਵੀ ਅਸੀਂ ਹਮੇਸ਼ਾ ਤੇਰੇ ਕੋਲ ਹੀ ਰਹੀਏ, ਤੇਰੀ ਸੇਵਾ ਹੀ ਕਰਦੇ ਰਹੀਏ। ਇਹ ਸਮੀਪ ਮੁਕਤੀ ਹੁੰਦੀ ਹੈ। ਤੇ ਜਿਨ੍ਹਾਂ ਨੇ ਸਮੀਪ ਮੁਕਤੀ ਪਾਈ ਹੋਈ ਸੀ ਭਗਤਾਂ ਨੇ, ਤਿਨ ਕੀ ਮਹਿਮਾ ਕੌਣ ਉਚਰਹੀ, ਤਿਹ ਕੀ ਮਹਿਮਾ, ਕਹਿੰਦੇ ਉਹ ਜਿਨ੍ਹਾਂ ਸਮੀਪ ਮੁਕਤੀ ਪਾਈ ਹੋਈ ਭਗਤਾਂ ਨੇ ਉਹਨਾਂ ਦੀ ਮਹਿਮਾ ਵੀ ਕੌਣ ਕਥਨ ਕਰ ਸਕਦਾ, ਕਹਿ ਸਕਦਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਤਥਾ ਭਾਈ ਬਾਲਾ ਜੀ ਕਹਿੰਦੇ ਆ ਵੀ ਉਹ ਰੱਬ ਦੇ ਪਿਆਰੇ ਹੈ ਬਹੁਤੇ, ਜਿਹੜੇ ਵੀ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਕੋਲ ਹੀ ਰਹੀਏ, ਤੁਹਾਡੀ ਸੇਵਾ ਕਰਦੇ। ਜਿਵੇਂ ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿੱਚ ਵੀ ਪ੍ਰਸੰਗ ਆਉਂਦਾ ਵੀ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਅੱਗੇ ਹੋ ਕੇ ਫਟ ਖਾਧੇ ਸੀ ਜੰਗ ਵਿੱਚ, ਜ਼ਖਮੀ ਹੋਏ ਸੀ ਬੜੇ, ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਗ ਯੁੱਧ ਤੋਂ ਬਾਅਦ ਉਹਨਾਂ ਸਿੱਖਾਂ ਨੂੰ ਇਨਾਮ ਦੇਣ ਲੱਗੇ ਹੈ ਤੇ ਉਹ ਪਿਆ ਤੇ ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਇਨਾਮ ਨਹੀਂ ਚਾਹੀਦਾ, ਅਸੀਂ ਤੇ ਇਹੀ ਵਰ ਮੰਗਦੇ ਤੁਹਾਡੇ ਪਾਸੋਂ ਵੀ ਅਸੀਂ ਸਦਾ ਜਿੱਥੇ ਤੁਹਾਡਾ ਸਰੂਪ ਹੋਵੇ ਤੁਹਾਡੇ ਨਾਲ ਹੀ ਰਹੀਏ, ਤੁਹਾਡੇ ਨਾਲ ਹੀ ਵਿਚਰੀਏ, ਤੁਹਾਡੀ ਸੇਵਾ ਵਿੱਚ ਹੀ ਰਹੀਏ, ਜਿੱਧਰ ਵੀ ਤੁਸੀਂ ਜਾਓ ਅਸੀਂ ਨਾਲ ਹੀ ਜਾਈਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਣ ਕੇ ਬੜੇ ਪ੍ਰਸੰਨ ਹੋਏ, ਕਹਿੰਦੇ ਵੀ ਭਾਈ ਸਿੱਖੋ ਐਸਾ ਹੀ ਹੋਏਗਾ, ਤੁਸੀਂ ਸਾਡੇ ਨਾਲ ਹੀ ਰਹੋਗੇ ਜਿੱਥੇ ਵੀ ਅਸੀਂ ਜਾਵਾਂਗੇ। ਉਹ ਗੁਰੂ ਸਾਹਿਬ ਜੀ ਨੇ ਉਹ ਕਿਰਪਾ ਕੀਤੀ ਸੀ। ਫਿਰ ਇਹ ਉਹ ਭਗਤ ਹੈ ਜਿਹੜੇ ਕਹਿੰਦੇ ਆ ਵੀ ਹੇ ਪਰਮੇਸ਼ਰ, ਹੇ ਗੁਰੂ ਜੀ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਬਸ ਤੁਹਾਡੇ ਚਰਨ ਕਮਲਾਂ ਦੀ ਪ੍ਰੀਤੀ ਚਾਹੀਦੀ ਹੈ ਵੀ ਤੁਹਾਡੇ ਕੋਲ ਹੀ ਰਹੀਏ, ਨਾ ਦੇ ਮੁਕਤੀ ਚਾਹੀਦੀ ਹੈ ਨਾ ਰਾਜ ਭਾਗ ਹੀ ਚਾਹੀਦਾ। ਰਾਜ ਭਾਗ ਨਾਲ ਵੀ ਵਿਛੜ ਜਾਵਾਂਗੇ, ਮੁਕਤ ਹੋ ਗਏ ਤਾਂ ਵੀ ਮਹਾਰਾਜ ਸਮਾਪਤੀ ਹੋ ਜਾਏਗੀ ਇਹ ਦੇਹ ਦੀ, ਫਿਰ ਸੇਵਾ ਕਿਵੇਂ ਕਰਾਂਗੇ? ਤੁਹਾਡੇ ਚਰਨਾਂ 'ਚ ਹੀ ਰਹੀਏ, ਤੁਹਾਡੀ ਸੇਵਾ ਕਰਦੇ। ਭਾਈ ਸੰਤੋਖ ਸਿੰਘ ਜੀ ਤੇ ਕਹਿ ਰਹੇ ਹੈ ਵੀ ਜਿਨ੍ਹਾਂ ਨੇ ਸਮੀਪ ਮੁਕਤੀ ਪਾਈ ਹੋਈ ਭਗਤ ਜਨਾਂ ਨੇ, ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਹੈ ਤੇ ਉਹਨਾਂ ਦੀ ਮਹਿਮਾ ਭਾਈ ਕੌਣ ਕਥਨ ਕਰ ਸਕਦਾ ਐਸੇ ਭਗਤਾਂ ਦੀ, ਜੇ ਸਦੀਵ ਦਰਸ਼ਨ ਅਨਸਰ ਹੀ, ਜਿਹੜੇ ਹਮੇਸ਼ਾ ਹੀ ਵਾਹਿਗੁਰੂ ਦੇ ਦਰਸ਼ਨਾਂ ਦੇ ਅਨੁਸਾਰ ਹੀ ਰਹਿੰਦੇ ਹੈ, ਦਰਸ਼ਨ ਹੀ ਕਰਦੇ ਰਹਿੰਦੇ, ਹਰ ਵਕਤ ਰਹਿ ਕੇ ਸੇਵਾ ਸਿਮਰਨ ਕਰਦੇ ਪਰਮੇਸ਼ਰ ਦਾ। ਤਹ ਜਬ ਪਹੁੰਚੇ ਦੀਨਾਨਾਥ, ਗਰੀਬਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਜਦੋਂ ਸਮੀਪ ਮੁਕਤੀ ਵਾਲੇ ਭਗਤਾਂ ਦੇ ਪਾਸ ਪਹੁੰਚੇ ਐ, ਉਠ ਕਰ ਸਰਬ ਮਿਲੇ ਹਿਤ ਸਾਥੂ, ਇਹ ਤੇ ਬਹੁਤ ਹੀ ਪ੍ਰੇਮ ਪਿਆਰ ਨਾਲ ਉੱਠ ਕਰਕੇ ਗੁਰੂ ਸਾਹਿਬ ਜੀ ਨੂੰ ਸਾਰੇ ਭਗਤ ਹੀ ਮਿਲੇ ਐ। ਪੁਨ ਆਵਾ ਸ੍ਰੀ ਪ੍ਰਭ ਦਰਬਾਰਾ, ਫਿਰ ਤਿੰਨਾਂ ਦਰਵਾਜ਼ਿਆਂ ਤੋਂ ਬਾਅਦ, ਤਿੰਨਾਂ ਭਗਤਾਂ ਦੀਆਂ ਪੁਰੀਆਂ ਸਥਾਨਾਂ ਤੋਂ ਬਾਅਦ ਜਿਹੜਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ ਉਸ ਦਾ ਦਰਬਾਰ ਆ ਗਿਆ ਸੱਚਖੰਡ। ਕੋਟ ਸੂਰ ਸਮ ਜਗਮਗ ਕਰ, ਜਿਸ ਸੱਚਖੰਡ ਦਾ ਦਰਬਾਰ ਕਰੋੜਾਂ ਸੂਰਜਾਂ ਸਮਾਣੀ ਜਗਮਗ ਚਮਕ ਦਮਕਾ ਮਾਰ ਰਿਹਾ ਸੀ। ਮਰਕਤ ਪਦਮ ਰਾਗ ਸ਼ਬ ਭਾਰੀ, ਜਿੱਥੇ ਆ ਮਣੀਆਂ, ਲਾਲ ਮਣੀਆਂ, ਨੀਲਮ ਦੀ ਛਵੀ ਬੜੀ ਭਾਰੀ ਸੀ। ਮੀਨਾਕਾਰ ਜਹਾਂ ਗਚਕਾਰੀ, ਜਿੱਥੇ ਲਾਲ ਮਣੀਆਂ ਤੇ ਨੀਲਮ ਮੱਛੀ ਦੇ ਆਕਾਰ ਵਾਲੇ ਬਣਾ ਕੇ ਦੇ ਜੜਤ ਕੀਤੇ ਹੋਏ ਸੀ। ਹਾਟਕ ਫਟਕ ਪਰਵਾਲਨ ਥੰਬਾ, ਹਾਟਕ ਜਿਹੜਾ ਸੋਨਾ ਹੈ ਤੇ ਇਸੇ ਤਰ੍ਹਾਂ ਬਲੌਰ ਜਿਹਨੂੰ ਕੱਚ ਕਿਹਾ ਜਾਂਦਾ ਤੇ ਗੁੱਲੀਆਂ, ਇਹ ਪਰਵਾਲਣ ਕਹੀਦਾ
ਗੁੱਲੀਆਂ ਲਾਲ ਲਾਲ ਮਣੀਆਂ ਦੇ ਨਾਲ ਥੰਬਿਆਂ ਨੂੰ। ਜਿਨ ਬਿਲੋਕ ਮਨ ਹੋਤ ਚੰਬਾ। ਥੰਬਿਆਂ ਵਿੱਚ ਐਸੀ ਜੜਤਕਾਰੀ ਕੀਤੀ ਸੀ, ਜਿਹੜੇ ਕੱਚ ਦੇ ਆ ਥੰਬੇ ਤੇ ਆ ਲਾਲ ਰੰਗ ਦੀਆਂ ਮਣੀਆਂ ਤੇ ਸੋਨੇ ਦੇ ਹੀ ਸਨ। ਤੇ ਐਸੇ ਥੰਬਿਆਂ ਨੂੰ ਵੇਖ ਕੇ ਜਿਹੜਾ ਮਨ ਹੈ ਉਹ ਵੀ ਅਚੰਭਿਤ ਹੋ ਜਾਂਦਾ, ਅਚਰਜ ਹੋ ਜਾਂਦਾ ਮਨ। ਹਰਤ ਮਣਕ ਮਾਣਕ ਵਿੱਚ ਹੀਰੇ। ਹਰੀਆਂ ਹਰੀਆਂ ਮਣੀਆਂ ਹੈ, ਮਾਣਕ ਹੈ, ਤੇ ਜਿਨ੍ਹਾਂ ਵਿੱਚ ਹੀਰੇ ਜਿਹੜੇ ਆ ਜੜਤ ਕੀਤੇ ਹੋਏ ਐ। ਬਿਰਚੇ ਕੋਰ ਕਾਢ ਸੁੱਠ ਚੀਰੇ। ਜਿਨ੍ਹਾਂ ਦੀਆਂ ਕੋਰਾਂ ਨੋਕਾਂ ਕੱਢ ਕੱਢ ਕੇ ਸੋਹਣੇ ਚੀਰ ਚੀਰ ਕੇ ਆ ਜਿਹੜੇ ਜੜੇ ਹੋਏ ਆ, ਬਣਾਏ ਹੋਏ ਐ। ਮਣੀਆਂ ਵੀ ਜਿਹੜੀਆਂ ਐ ਕੱਟੀਆਂ ਹੋਈਆਂ ਹਰੀਆਂ ਹਰੀਆਂ, ਮਾਣਕ ਵੀ, ਤੇ ਉਹਨਾਂ ਵਿੱਚ ਥੰਬਲਿਆਂ ਵਿੱਚ ਹੀਰੇ ਵੀ ਜੜੇ ਹੋਏ ਐ। ਇਹ ਨੋਕਾਂ ਕੱਢ ਕੇ ਸੋਹਣੀਆਂ ਚੀਰ ਕੇ ਜੜਤ ਕੀਤੇ ਹੋਏ ਮਣੀਆਂ, ਨੀਲਮ ਪੰਨੇ ਆਦਿਕ। ਮੁਕਤਾ ਮਾਲਨ ਝਾਲਰ ਝਾਈ। ਮੋਤੀਆਂ ਦੀਆਂ ਮਾਲਾਂ ਹਨ, ਲੜੀਆਂ ਜਿਹੜੀਆਂ ਬੜੀਆਂ ਸੁੰਦਰ ਹਨ। ਦੂਸਰ ਦਿਪਹਿ ਤਿਨਹਿ ਕੀ ਨਿਆਈ। ਉਹ ਤੇ ਕਹਿੰਦੇ ਵੀ ਇਸ ਤਰ੍ਹਾਂ ਜਿਹੜੀ ਹੈ ਹੋ ਰਿਹਾ ਹੈ ਦ੍ਰਿਸ਼, ਜਿਵੇਂ ਮਾਨੋ ਕਿ ਮੋਤੀਆਂ ਦੀਆਂ ਮਾਲਾਂ ਹੀ ਦੂਸਰੀਆਂ ਸੂਰਜ ਵਾਂਗੂ ਪ੍ਰਕਾਸ਼ ਦੀਆਂ ਹੈ, ਵੀ ਇੱਕ ਦੂਸਰੇ ਵਿੱਚੋਂ ਪ੍ਰਤੀਬਿੰਬ ਜਿਹਾ ਪੈਂਦਾ ਹੈ। ਪ੍ਰਤੀਬਿੰਬ ਜੇ ਪੈਣੇ ਕਰਕੇ ਮੋਤੀਆਂ ਦੀ ਲੜੀਆਂ ਦੀ ਜਿਹੜੀ ਝਾਲਰਾਂ ਦੀ ਚਮਕ ਹੈ ਉਹ ਆਪੋ ਵਿੱਚ ਹੀ ਪਰਛਾਵਾਂ ਜਿਹਾ ਹੋ ਕੇ ਤੇ ਪ੍ਰਕਾਸ਼ ਹੋ ਰਹੀਆਂ। ਮਾਨੋ ਕਿ ਉਹਨਾਂ ਵਰਗੀ ਦੂਸਰੀ ਜਿਹੜੀ ਹੋਰ ਹੈ ਵੀ ਇਸੇ ਤਰ੍ਹਾਂ ਲੜੀਆਂ ਮਾਲਾਂ ਹਨ, ਐਵੇਂ ਉਹ ਚਮਕਾ ਦਮਕਾ ਮਾਰ ਰਹੀਆਂ ਹੈ। ਮਾਨੋ ਕਿ ਇਹਦੇ ਮੋਤੀਆਂ ਦੀਆਂ ਮਾਲਾਂ ਜਿਹੜੀਆਂ ਦੂਸਰਾ ਸੂਰਜ ਹੀ ਪ੍ਰਕਾਸ਼ ਰਿਹਾ ਹੈ। ਚੀਰ ਫਰੋਜਨ ਰਚੇ ਸਰੋਜਾ। ਫਰੋਜੇ ਜਿਹੜੇ ਚੀਰ ਚੀਰ ਕੇ ਹੈ ਕਵਲ ਦੇ ਆਕਾਰ ਦੇ ਬਣਾਏ ਹੋਏ ਐ। ਜਿਨ੍ਹਾਂ ਬਿਲੋਕ ਲਜਾਏ ਮਨੋਜਾ। ਜਿਨ੍ਹਾਂ ਨੂੰ ਵੇਖ ਕੇ ਜਿਹੜਾ ਕਾਮਦੇਵ ਉਹ ਵੀ ਸ਼ਰਮਸ਼ਾਰ ਹੁੰਦਾ ਹੈ। ਮੇਚਕ ਮਾਣ ਕੇ ਭਰਿੰਗ ਬਣਾਏ। ਜਿਹੜੇ ਕਾਲੀਆਂ ਮਣੀਆਂ ਦੇ ਭੌਰੇ ਬਣਾਏ ਹੋਏ ਐ। ਰਚੇ ਰੁਚਿਰ ਸ਼ਬ ਕੌਣ ਗੁਨਾਏ। ਐਸੇ ਜਿਹੜੇ ਭੌਰੇ ਕਾਲੇ ਮਣੀਆਂ ਦੇ ਰਚੇ ਬਣਾਏ ਹੋਏ ਐ, ਬੜੇ ਸੋਹਣੇ, ਜਿਨ੍ਹਾਂ ਦੀ ਛਵੀ ਸੁੰਦਰਤਾ ਵੀ ਕੌਣ ਗਿਣਾ ਸਕਦਾ ਹੈ, ਕੌਣ ਦੱਸ ਸਕਦਾ ਵੀ ਐਸੇ ਸੋਹਣੀਆਂ ਲੱਗਦੀਆਂ ਮਣੀਆਂ ਕਾਲੀਆਂ। ਵਿੱਚ ਬਚਿੱਤਰ ਬਿਤਾਨ ਬਣਾਵਾ। ਉਹ ਸੱਚਖੰਡ ਦਰਬਾਰ ਵਿੱਚ ਜਿਹੜਾ ਚੰਦੋਆ ਸਾਹਿਬ ਹੈ ਬੜਾ ਸੁੰਦਰ ਹੀ ਬਣਾਇਆ ਹੋਇਆ ਹੈ। ਲੱਗੀ ਡੋਰ ਮਖਤੂਰ ਸੁਹਾਵਾ। ਜਿਸ ਨੂੰ ਆ ਰੇਸ਼ਮ ਦੀ ਜਿਹੜੀ ਵੱਟੀ ਹੋਈ ਰੇਸ਼ਮ ਦੀਆਂ ਡੋਰੀਆਂ ਲੱਗੀਆਂ ਹੋਈਆਂ, ਬੜਾ ਸੋਭਨੀਕ ਹੈ ਉਹ ਡੋਰੀਆਂ। ਸੱਚਖੰਡ ਕੀ ਉਪਮਾ ਜੋਈ। ਭਾਈ ਸੰਤੋਖ ਸਿੰਘ ਜੀ, ਭਾਈ ਬਾਲਾ ਸਿੰਘ ਜੀ ਕਹਿ ਰਹੇ ਹੈ ਕਿ ਸੱਚਖੰਡ ਦੀ ਜਿਹੜੀ ਭਾਈ ਉਪਮਾ ਹੈ, ਉਚਰ ਸਕੈ ਅਸ ਕਵ ਨਹ ਕੋਈ। ਕਹਿੰਦੇ ਵੀ ਐਸਾ ਸ੍ਰਿਸ਼ਟੀ ਵਿੱਚ ਕੋਈ ਕਵੀ ਨਹੀਂ ਹੋਇਆ ਹੈ ਜਿਹੜਾ ਸੱਚਖੰਡ ਦੀ ਜਿਹੜੀ ਉਪਮਾ ਹੈ ਉਹਨੂੰ ਕਥਨ ਕਰ ਸਕੇ, ਬਿਆਨ ਕਰ ਸਕੇ। ਜਹ ਕੁੰਠਤ ਹੋਇਆ ਹੈ ਮਨ ਬਾਣੀ। ਵੀ ਜਿਸ ਸੱਚਖੰਡ ਵਿੱਚ ਜਾ ਕੇ ਮਨ ਵੀ ਸੁੰਨ ਹੋ ਜਾਂਦਾ ਹੈ, ਆ ਬਾਣੀ ਵੀ ਸੰਕੋਚ ਹੋ ਜਾਂਦੀ ਹੈ, ਸੁੰਨ ਹੋ ਜਾਂਦੀ ਹੈ, ਸਰੀਰ ਵੀ ਜਿਹੜਾ ਉੱਥੇ ਸੰਕੋਚਿਆ ਜਾਂਦਾ, ਸੁੰਨ ਹੋ ਜਾਂਦਾ ਹੈ। ਜਿੱਥੇ ਹੁਣ ਮਨ ਬਾਣੀ ਸਰੀਰ ਤਿੰਨੇ ਨਹੀਂ ਕੰਮ ਕਰ ਰਹੇ ਹੈ, ਸੁੰਨ ਮਸੋਨੀ ਅਵਸਥਾ ਹੋ ਗਈ ਹੈ, ਫਿਰ ਉੱਥੇ ਸੱਚਖੰਡ ਦੀ ਜਿਹੜੀ ਉਪਮਾ ਉਹ ਕੌਣ ਕਹਿ ਸਕਦਾ, ਕਵੀ ਕੋਈ ਕਹਿ ਹੀ ਨਹੀਂ ਸਕਦਾ। ਕੈਸੇ ਪਰਤਾਸ ਗਤ ਜਾਣੇ। ਕਿ ਕਹਿੰਦੇ ਵੀ ਕਿਸ ਤਰ੍ਹਾਂ ਉਹ ਸੱਚਖੰਡ ਦੀ ਜਿਹੜੀ ਗਤ ਜਿਹੜੀ ਹੈ ਉੱਥੋਂ ਦੀ ਹੈ ਬਣਤਰ ਹੈ, ਤੇ ਗਤ ਉੱਥੋਂ ਦੀ ਜਿਹੜੀ ਰਚਨਾ ਹੈ, ਸੱਚਖੰਡ ਦੀ ਹਾਲਤ ਹੈ, ਉਹ ਕਿਸ ਤਰ੍ਹਾਂ ਜਿਹੜੀ ਜਾਣੀ ਪੈ ਸਕਦੀ ਹੈ, ਉਹ ਸਮਝ ਨਹੀਂ ਪੈ ਸਕਦੀ, ਕੋਈ ਕਹਿ ਨਹੀਂ ਸਕਦਾ, ਜਾਣੀ ਨਹੀਂ ਜਾ ਸਕਦੀ। ਮਨ ਠਹਿਰਾਵਨ ਹੇਤ ਸੁਖਾਰੇ। ਇਹ ਤੇ ਮਨ ਨੂੰ
ਠਹਿਰਾਉਣ ਟਿਕਾਉਣ ਵਾਸਤੇ ਸੌਖੇ ਢੰਗ ਤਰੀਕੇ ਨਾਲ। ਕਹਾਂ ਰਚਰਤਾ ਕਸ਼ਕ ਸੁਧਾਰੇ। ਕਵੀ ਸਾਹਿਬ ਜੀ ਭਾਈ ਬਾਲਾ ਜੀ ਕਹਿ ਰਹੇ ਹੈ ਵੀ ਕੁਝ ਕੁ ਜਿਹੜੀ ਬਣਾ ਸੁਧਾਰ ਕੇ ਮੈਂ ਸੱਚਖੰਡ ਦੀ ਸੋਹਣੀ ਜਿਹੜੀ ਰਚਨਾ ਕੁਝ ਕੁ ਕਹਿ ਰਿਹਾ ਹਾਂ। ਸਬਜ ਸ਼ਿਆਮ ਮਨ ਰੰਗ ਅਨੇਕਾ। ਜਿੱਥੇ ਆ ਹਰੇ ਤੇ ਸ਼ਾਮ ਰੰਗ ਦੀਆਂ ਮਣੀਆਂ ਹਨ ਅਨੇਕਾਂ। ਪਦਮ ਰਾਗ ਕੋ ਕਰਾਂ ਵਿਵੇਕਾ। ਜਿਹੜੀਆਂ ਲਾਲ ਰੰਗ ਦੀਆਂ ਮਣੀਆਂ ਹੈ ਵੀ ਉਹਨਾਂ ਦੇ ਕੌਣ ਵਿਚਾਰ ਕਰੇ, ਉਹਨਾਂ ਦੇ ਜਿਹੜਾ ਗਿਆਨ ਕੌਣ ਹੈ ਕਥਨ ਕਰੇ। ਹਰ ਸ਼ਹਿਰ ਚਿਰ ਕੀਆ ਅਜਰ ਮਝਾਰੀ। ਅਜਰ ਮਝਾਰੀ ਸੱਚਖੰਡ ਦੇ ਵਿਹੜੇ ਵਿੱਚ ਜਿਹੜੀਆਂ ਵਿਛਾਈਆਂ ਬੜੀਆਂ ਸੋਹਣੀਆਂ ਕੀਤੀਆਂ ਹੋਈਆਂ ਹਨ। ਅਦਭੁਤ ਦੇਖਤ ਹੀ ਮਨ ਹਾਰੀ। ਜਿਨ੍ਹਾਂ ਵਿਛਾਈਆਂ ਨੂੰ ਦੇਖਦਿਆਂ ਹੀ ਮਨ ਅਚਰਜ ਹੋ ਜਾਂਦਾ, ਮਨ ਹਾਰ ਹੰਬ ਜਾਂਦਾ ਹੈ। ਮਨ ਦੇ ਵਿੱਚ ਕੁਝ ਗੱਲ ਰਹਿ ਹੀ ਨਹੀਂ ਜਾਂਦੀ, ਮਨ ਤੇ ਸੁੰਨ ਮਸੋਨੀ ਹੋ ਜਾਂਦਾ ਉੱਥੇ ਵੇਖ ਕੇ। ਮਦ ਸਿੰਘਾਸਨ ਸੁੰਦਰ ਸੋ ਹੈ। ਐਸੇ ਵਿਹੜੇ ਵਿੱਚ ਸੋਹਣੀਆਂ ਵਿਛਾਈਆਂ ਉੱਪਰ ਜਿਹੜਾ ਸੁੰਦਰ ਸਿੰਘਾਸਣ ਤਖਤ ਹੈ ਵਿਹੜੇ ਵਿੱਚ ਸੱਚਖੰਡ ਦੇ ਸੋਭਨੀਕ ਹੋ ਰਿਹਾ ਹੈ। ਭਾਨ ਅਨਕ ਨਾ ਪਟੰਤਰ ਕੋ ਹੈ। ਕਹਿੰਦੇ ਵੀ ਜਿਸ ਸਿੰਘਾਸਣ ਵਾਹਿਗੁਰੂ ਦੇ ਤਖਤ ਦੇ ਸਮਾਨ ਜੇ ਅਨੇਕਾਂ ਕਰੋੜਾਂ ਸੂਰਜ ਵੀ ਜਿਹੜੇ ਉਹ ਬਰਾਬਰੀ ਨਹੀਂ ਕਰ ਸਕਦੇ। ਸਦਾ ਸੱਚ ਦਾ ਆਨੰਦ ਕਿਰਪਾਲਾ। ਜੋ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਵਾਹਿਗੁਰੂ ਹੈ ਦਿਆਲੂ ਕਿਰਪਾਲੂ। ਤਿਹ ਪਰ ਬੈਠੇ ਸੁਖਦ ਅਕਾਲਾ। ਉਸ ਸਿੰਘਾਸਣ ਉੱਪਰ ਜੋ ਅਕਾਲ ਪੁਰਖ ਹੈ ਸੁਖ ਦਾਤੇ ਹੈ ਇਸ ਸਿੰਘਾਸਣ ਉੱਪਰ ਬੈਠੇ ਹਨ। ਬ੍ਰਿੰਦ ਤੜਤ ਕੀ ਛਟਾ ਸਮੇਟੀ। ਮਾਨੋ ਕਿ ਜਿਹੜੀਆਂ ਸਮੂਹ ਬਿਜਲੀਆਂ ਦੀ ਛਟਾ ਜਿਹੜੀ ਹੈ ਪ੍ਰਕਾਸ਼ ਹੀ ਸਮੇਟਿਆ ਹੋਇਆ ਹੈ, ਚਮਕ ਹੀ ਸਮੇਟੀ ਹੋਈ ਹੈ। ਜਨ ਸੋਹਾ ਘਨ ਘਟਾ ਸਹੇਟੀ। ਜਾਂ ਮਾਨੋ ਕਿ ਬਹੁਤ ਜਿਹੜੇ ਬੱਦਲ ਹੈ ਕਾਲੇ ਉਹੀ ਜਿਹੜੇ ਇਕੱਠੇ ਕੀਤੇ ਹੋਏ ਸੋਭਨੀਕ ਹੋ ਰਹੇ ਹਨ। ਜਨ ਰਵ ਬਿਦ ਬਹੁ ਹੋਇਆ ਇਕਠਾਈ। ਐਸਾ ਵਾਹਿਗੁਰੂ ਸਤ ਚੇਤਨ ਆਨੰਦ ਪਰਮੇਸ਼ਰ ਗੁਰੂ ਪਰ ਵਾਹਿਗੁਰੂ ਦਾ ਸਰੂਪ ਹੈ। ਮਾਨੋ ਕਿ ਆਂਦੇ ਜਾਂ ਜਿਵੇਂ ਸੂਰਜ ਤੇ ਬਿਦ ਜਿਹੜੇ ਹੈ ਬ੍ਰਹਮੇ ਹੈ ਉਹੀ ਇੱਕ ਥਾਂ ਹੋ ਕੇ। ਨੀਲ ਮਣਕ ਗਿਰ ਨੀਲ ਉਚਾਈ। ਬਿਦ ਦਾ ਅਰਥ ਬ੍ਰਹਮਾ ਵੀ ਹੁੰਦਾ ਇੱਥੇ। ਉਹ ਸੂਰਜ ਦੇ ਨਾਲ ਲੱਗਣੇ ਕਰਕੇ ਜਿਹੜਾ ਹੈ ਉਹ ਚੰਦਰਮਾ ਦਾ ਅਰਥ ਹੈ ਵੀ ਸੂਰਜ ਦੇ ਚੰਦਰਮਾ ਬਹੁਤੇ ਇਕੱਠੇ ਹੋਏ ਆ ਜਿਸ ਥਾਂ। ਪਦ ਅਰ ਪਿਛੇ ਪਰ ਨੀਲ ਮਣਕ ਗਿਰ ਲੀਨ ਉਚਾਈ। ਦੁਬਾਰਾ ਪੜ ਨੀਲ ਮਣਨ। ਨੀਲ ਮਣਨ ਗਿਰ ਲੀਨ ਉਚਾਈ। ਮਾਨੋ ਕਿ ਕਹਿੰਦੇ ਜਿਹੜਾ ਨੀਲਾ ਮਣੀਆਂ ਦਾ ਪਹਾੜ ਹੀ ਚੁੱਕ ਲਿਆ ਹੈ। ਪਦ ਅਰਬਿੰਦ ਮ੍ਰਿਦਲ ਅਰੁਨਾਰੇ। ਜਿਹੜਾ ਨੀਲਾ ਮਣੀਆਂ ਦਾ ਪਹਾੜ ਹੀ ਚੁੱਕ ਲਿਆ ਕਿਉਂਕਿ ਵਾਹਿਗੁਰੂ ਦਾ ਸ਼ਾਮ ਸਰੂਪ ਹੈ ਨੀਲਾ, ਜਿਸ ਕਰਕੇ ਕਹਿੰਦੇ ਮਾਨੋ ਕਿ ਸਰੂਪ ਤੇ ਇਵੇਂ ਪ੍ਰਕਾਸ਼ ਰਿਹਾ ਜਿਵੇਂ ਵੀ ਸੂਰਜ ਦੇ ਚੰਦਰਮਾ ਇੱਕ ਥਾਂ ਹੀ ਬਹੁਤੇ ਇਕੱਠੇ ਹੋ ਗਏ ਹੈ। ਜਾਂ ਵੀ ਜਿਹੜਾ ਨੀਲਾ ਮਣੀਆਂ ਦਾ ਪਹਾੜ ਹੀ ਜਿਹੜਾ ਚੁੱਕ ਲਿਆ ਹੈ। ਪਾਦ ਅਰਬਿੰਦ ਵਾਹਿਗੁਰੂ ਦੇ ਜਿਹੜੇ ਚਰਨ ਕਮਲ ਹੈ ਬੜੇ ਕੋਮਲ ਹੈ ਤੇ ਲਾਲ ਸੁਰਖ ਹਨ। ਸ਼ੋਭਾ ਨਖਨ ਸਕਲ ਸਸਹਾਰੇ। ਜਿਹੜੇ ਉਹ ਚਰਨਾਂ ਦੇ ਨੋਹਾਂ ਦੀ ਸੋਭਾ ਹੈ ਉਹਦੇ ਉਸ ਅੱਗੇ ਤੇ ਸਾਰੇ ਚੰਦਰਮਾ ਵੀ ਹਾਰੇ ਹੈ। ਬਸਹਿ ਸਦੀਵ ਮੁਨੀ ਮਨ ਜੋਗੀ। ਜਿਨ੍ਹਾਂ ਚਰਨਾਂ ਦੇ ਵਿੱਚ ਵੱਡੇ ਵੱਡੇ ਜੋਗੀਆਂ ਦਾ ਮਨ ਮੁਨੀਆਂ ਦਾ ਮਨ ਹਮੇਸ਼ਾ ਹੀ ਵਸਦਾ ਹੈ। ਧਰਹਿ ਸਮਾਦ ਧਿਆਨ ਰਸ ਭੋਗੀ। ਤੇ ਜਿਹੜੇ ਧਿਆਨ ਲਾਉਣ ਵਾਲੇ ਧਿਆਨੀ ਹੈ ਸਮਾਧੀ ਜੀ ਧਾਰ ਕੇ ਉਸ ਵਾਹਿਗੁਰੂ ਦੇ ਜਿਹੜੇ ਚਰਨ ਹੈ ਉਹਨਾਂ ਦਾ ਰਸ ਭੋਗਦੇ ਹਨ। ਨੂਪਰ ਮਨ ਮੈਂ ਬਨੇ ਮਨੋਗਾ। ਜਿਹੜੀਆਂ ਉਹ ਚਰਨ ਵਿੱਚ ਪੌਟੇ ਝਾਂਜਰਾਂ ਜੀਆਂ ਪਾਈਆਂ ਮਣੀਆਂ ਰੂਪ
ਉਹ ਤੇ ਮਨ ਨੂੰ ਚਰਾਉਣ ਵਾਲੀਆਂ ਬਣ ਰਹੀਆਂ ਹਨ। ਜਿਨ ਕੋ ਸ਼ਬਦ ਸੁਖਦ ਤਿਹ ਲੋਗਾ। ਜਿਨ੍ਹਾਂ ਮਣੀਆਂ ਦਾ ਬੜਾ ਸੁੰਦਰ ਹੀ ਨੂਪਰ, ਜਿਹੜੀਆਂ ਝਾਂਜਰਾਂ ਮਣੀਆਂ ਰੂਪ ਹੈ, ਬੜੀਆਂ ਸੁੰਦਰ ਬਣੀਆਂ ਹੋਈਆਂ ਹੈ। ਅਤੇ ਜਿਨ੍ਹਾਂ ਝਾਂਜਰਾਂ ਦਾ ਜਦੋਂ ਸ਼ਬਦ ਹੁੰਦਾ ਹੈ, ਤਿੰਨਾਂ ਲੋਕਾਂ ਨੂੰ ਸੁਖਦਾਈ ਹੈ, ਸੁਖ ਦੇਣ ਵਾਲਾ ਹੈ। ਸੁੰਦਰ ਜੰਗ ਸਰਸ ਕਦਲੀ ਕੀ। ਵਾਹਿਗੁਰੂ ਦੇ ਜਿਹੜੀਆਂ ਲੱਤਾਂ ਹਨ ਉਹ ਕੇਲੇ ਦੇ ਰੁੱਖ ਵਾਂਗ ਹਨ, ਕੋਮਲ। ਚਲਤ ਲਲਤ ਗਤ ਭਾਵਤ ਜੀ ਕੀ। ਜਦੋਂ ਉਹਨਾਂ ਲੱਤਾਂ ਨਾਲ ਵਾਹਿਗੁਰੂ ਚੱਲਦੇ ਆ ਬੜਾ ਸੁੰਦਰ ਚਾਲ ਨਾਲ, ਉਹ ਜੀ ਦਿਲ ਨੂੰ ਬੜੀ ਭਾਉਂਦੀ ਹੈ ਚਾਲ ਸੋਹਣੀ, ਜੋ ਦਿਲ ਨੂੰ ਬੜੀ ਚੰਗੀ ਲੱਗਦੀ ਹੈ, ਸੋਹਣੀ ਚਾਲ। ਪ੍ਰਥਲ ਨਤਾਂਬ ਪੀਤ ਕਟ ਧੋਤੇ। ਵਾਹਿਗੁਰੂ ਦੇ ਜਿਹੜੇ ਉਹ ਲੱਤਾਂ ਜਿਹੜੇ ਪੱਟ ਹੈ, ਅਤੇ ਇਸੇ ਤਰ੍ਹਾਂ ਤਬਲਬਾਜ਼ ਬੜੇ ਚੌੜੇ ਹੈ, ਅਤੇ ਪੀਲਾ ਜਿਹੜਾ ਹੈ ਲੱਕ ਦੇ ਨਾਲ ਧੋਤੀ ਜਿਹੜੀ ਹੈ ਬੰਨੀ ਹੋਈ, ਕੱਸੀ ਹੋਈ ਹੈ। ਸ਼ੁੱਧਰ ਘੰਟਕਾ ਮਨ ਮੈਂ ਜੋਤੀ। ਲੱਕ ਦੇ ਨਾਲ ਜਿਹੜੀ ਤੜਾਗੀ ਹੈ ਉਹ ਮਣੀਆਂ ਦੀ ਜੋਤੀ ਵਾਂਗ ਪ੍ਰਕਾਸ਼ ਰਹੀ ਬੰਨੀ ਹੋਈ ਹੈ। ਉਦਰ ਰੇਖ ਤ੍ਰੈ ਨਾਭ ਗੰਭੀਰਾ। ਵਾਹਿਗੁਰੂ ਦਾ ਜਿਹੜਾ ਪੇਟ ਹੈ ਉਹਦੇ ਉੱਪਰ ਉਹ ਸਰੂਪ ਹੈ ਜਿਹੜਾ ਵਾਹਿਗੁਰੂ ਦਾ, ਉਸ ਪੇਟ ਦੇ ਉੱਪਰ ਤਿੰਨ ਜਿਹੜੀਆਂ ਰੇਖਾਂ ਲਕੀਰਾਂ ਹੈ, ਜਿਨ੍ਹਾਂ ਜਿਹੜੇ ਪੇਟ 'ਚ ਵਲਜੇ ਪੈਂਦੇ ਹੈ। ਨਾਭੀ ਧੁੰਨੀ ਗਈ ਬੜੀ ਗੰਭੀਰ ਡੂੰਘੀ ਹੈ। ਮਨਹਾ ਪਰਮਰੀ ਜਮਨਾ ਨੀਰਾ। ਮਾਨੋ ਕਿ ਜਮਨਾ ਦੇ ਪਾਣੀ ਵਿੱਚ ਘੁੰਮਣ ਘੇਰੀ ਪੈ ਰਹੀ ਹੈ, ਐਸੀ ਧੁੰਨੀ ਹੈ ਡੂੰਘੀ ਜਹੀ। ਕਿਦਾ ਕਾਮ ਕੋ ਕੂਪ ਸੁਹਾਵਾ। ਅਥਵਾ ਉਹ ਜਿਹੜੀ ਧੁੰਨੀ ਹੈ ਉਹਦੇ ਕਾਮ ਦਾ ਖੂਹ ਹੀ ਹੈ, ਸੋਭਨੀਕ ਹੋ ਰਿਹਾ। ਵਖ ਸਥਲ ਆਇਤ ਸ਼ਬ ਪਾਵਾ। ਵਾਹਿਗੁਰੂ ਦਾ ਜਿਹੜਾ ਵੱਖੀ ਵਾਲਾ ਸਥਾਨ ਹੈ ਬੜਾ ਚੌੜਾ ਛਵੀ ਪਾ ਰਿਹਾ ਹੈ। ਹਾਥੀ ਹਾਥ ਸਰਬ ਭੁਜ ਦੰਡਾ। ਸਾਰੀਆਂ ਜਿਹੜੀਆਂ ਬਾਹਾਂ ਹੈ ਚਾਰ, ਉਹ ਬਾਹਾਂ ਹਾਥੀ ਦੀਆਂ ਸੁੰਡ ਵਰਗੀਆਂ ਲੰਬੀਆਂ ਹਨ। ਆ ਜਾਨ ਬਾਹੋ। ਦੁਸ਼ਟਨ ਖੰਡਨ ਕੋ ਬਰਬੰਡਾ। ਜੋ ਬਾਹਾਂ ਦੁਸ਼ਟਾਂ ਨੂੰ ਟੋਟੇ ਟੋਟੇ ਕਰਨ ਵਾਸਤੇ ਬੜੀਆਂ ਬਲਵਾਨ ਹਨ, ਜਾਂ ਦੁਸ਼ਟਾਂ ਨੂੰ ਉਹ ਬਾਹਾਂ ਤੇ ਟੋਟੇ ਟੋਟੇ ਕਰਨ ਵਾਲੀਆਂ, ਤੇ ਦਾਸਾਂ ਨੂੰ ਵਰ ਵੰਡਣ ਵਾਲੀਆਂ ਹਨ, ਬਲ ਵੰਡਣ ਵਾਲੀਆਂ ਹਨ। ਅੰਗਦ ਕਟਕ ਮੁਦਰਿਕਾ ਜੇ। ਜਿਹੜੇ ਇੱਥੇ ਡੋਲਿਆਂ ਤੇ ਬੋਟੇ ਧਾਰਨ ਕੀਤੇ ਹੈ, ਹੱਥਾਂ ਵਿੱਚ ਜਿਹੜੇ ਹੈ ਉਹ ਕੜੇ ਪਹਿਨੇ ਹੋਏ ਹੈ, ਤੇ ਉਂਗਲਾਂ ਵਿੱਚ ਛਾਪਾਂ ਜਿਹੜੇ ਛੱਲੇ ਐ। ਪਹਿਰੇ ਪੇਖਤ ਮਨ ਹਰ ਲਈ। ਉਹ ਪਹਿਰੇ ਹੋਏ ਐ, ਅਰਥ ਵਾਸਤੇ ਵੀ ਅੰਗਦ ਕਟਕ ਮੁੰਦਰਕਾ ਜਿਹੀ ਪਹਿਰੇ, ਵੀ ਇਹ ਜਿਹੜੇ ਬੌਟੇ ਐ ਮੋਢਿਆਂ ਤੇ ਬੰਨੇ ਹੋਏ, ਤੇ ਕਟਕ ਜਿਹੜੇ ਕੜੇ ਗੁੱਟ ਵਿੱਚ ਪਾਏ ਹੋਏ ਐ, ਤੇ ਮੁੰਦਰਾ ਜਿਹੜੇ ਛੱਲੇ ਐ ਪਹਿਰੇ ਹੋਏ ਉਂਗਲਾਂ ਵਿੱਚ, ਜਿਨ੍ਹਾਂ ਨੂੰ ਵੇਖਣ ਦੇ ਨਾਲ ਹੀ ਮਨ ਜਿਹੜਾ ਚੁਰਾਇਆ ਜਾਂਦਾ, ਜਿਹੜੇ ਵੇਖਦੇ ਮਨ ਨੂੰ ਚੁਰਾ ਲੈਂਦੇ ਹਨ। ਕਰ ਕਮਲਨ ਮਹਿ ਸ਼ਸਤਰ ਸੁਹਾਏ। ਵਾਹਿਗੁਰੂ ਦੇ ਹਸਤ ਕਮਲਾਂ ਵਿੱਚ ਸ਼ਸਤਰ ਜਿਹੜੇ ਫੜੇ ਹੋਏ ਐ ਸੋਭਨੀਕ। ਜਿਨਹ ਬਿਲੋਕਤ ਸ਼ਤਰ ਪਲਾਏ। ਜਿਨ੍ਹਾਂ ਸ਼ਸਤਰਾਂ ਨੂੰ ਵੇਖ ਕੇ ਸ਼ਤਰੂ ਵੈਰੀ ਭੱਜ ਜਾਂਦੇ ਐ, ਦੌੜ ਜਾਂਦੇ ਐ। ਚਾਰ ਪੁਜਾ ਸੋਹਤ ਅਤ ਚਾਰੂ। ਚਾਰ ਵਾਹਿਗੁਰੂ ਦੀਆਂ ਬਾਹਾਂ ਹਨ, ਤੇ ਜੋ ਬਹੁਤ ਹੀ ਸੁੰਦਰ ਸੋਭਨੀਕ ਹੋ ਰਹੀਆਂ ਹੈ। ਉਨਤ ਸਕੰਦ ਬਿਰਖਬ ਅਨਹਾਰੂ। ਜਿਹੜੇ ਮਹਾਰਾਜ ਵਾਹਿਗੁਰੂ ਦੇ ਮੋਢੇ ਹੈ ਉਹ ਉન્નਤ ਕਹੀਏ ਉੱਚੇ ਹੈ, ਜਿਵੇਂ ਆ ਬਲਦ ਦੀ ਬੰਨ ਹੁੰਦੀ ਹੈ। ਪੀਤ ਬਸਨ ਜਿਨ ਪਰ ਅਤ ਸੋਹਾ। ਜਿਸ ਵਾਹਿਗੁਰੂ ਪਰਮੇਸ਼ਰ ਦੇ ਆ ਪੀਲੇ ਵਸਤਰ ਧਾਰਨ ਕੀਤੇ, ਪੀਲੇ ਰੰਗ ਦੇ ਵਸਤਰ, ਤੇ ਜੋ ਬਹੁਤ ਸੋਭਨੀਕ ਹੋ ਰਿਹਾ ਹੈ। ਪੀਲਾ ਵਸਤਰ, ਆ ਕੰਠ ਵਿੱਚ ਹਜੂਰੀਆ ਪਾਇਆ ਹੋਇਆ ਪੀਲੇ ਰੰਗ ਦਾ ਪੀਲਾ ਵਸਤਰ। ਤੜਤਾ ਕੀ ਸ਼ਬ ਕੋ ਜੋ ਮੋਹ। ਜੋ ਪੀਲੇ ਵਸਤਰ
ਪੀਲਾ ਹਜੂਰੀਆ ਵਾਹਿਗੁਰੂ ਦਾ ਸਾਰੀਆਂ ਬਿਜਲੀਆਂ ਦੀ ਛਵੀ ਨੂੰ ਵੀ ਮੋਰਿਆ, ਬਿਜਲੀ ਵੀ ਨਹੀਂ ਚਮਕਦੀ। ਹੋਰ ਪਰ ਬਣੀ ਲਲਿਤ ਬਨਮਾਲਾ, ਕੰਠ ਵਿੱਚ ਜਿਹੜੀ ਇਹ ਗਲ ਵਿੱਚ ਮਾਲਾ ਵਜੰਤੀ ਮਾਲਾ ਬੜੀ ਸੁੰਦਰ ਬਣੀ ਹੋਈ ਹੈ। ਕੁੰਭ ਗਰਵ ਤ੍ਰੈ ਰੇਖ ਔਰ ਪਰ ਕੰਭ ਗਰਵ ਤ੍ਰੈ ਰੇਖ ਵਿਸਾਲਾ, ਕੰਭ ਗਰੀਬ ਜਿਹੜਾ ਹੈ ਗਰਦਨ ਉਹ ਸ਼ੰਖ ਵਰਗੀ ਹੈ, ਜਿਹਦੇ ਵਿੱਚ 3 ਰੇਖਾ ਹੈ ਮਹਾਨ, 3 ਵਲ ਪੈਂਦੇ ਆ ਪਿਛਲੇ ਪਾਸੇ ਗਲ ਦੇ। 4 ਚਿਬਕ ਉਪਮਾ ਨਾ ਵਿਸੇਖੀ, ਠੋਡੀ ਵਾਹਿਗੁਰੂ ਦੀ ਬੜੀ ਸੋਹਣੀ ਹੈ, ਜਿਹਦੀ ਉਪਮਾ ਤੇ ਬਹੁਤੀ ਹੈ ਕਹੀ ਨਹੀਂ ਜਾ ਸਕਦੀ। ਸੋ ਜਾਨ ਜਿਨ ਨੈਨਹ ਦੇਖੀ, ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹਦੇ ਉਹੀਓ ਭਗਤ ਜਾਂ ਨਹੀਂ ਜਾਣਦੇ ਆ ਸਮੀਪ ਮੁਕਤੀ ਵਾਲੇ, ਜਿਨ੍ਹਾਂ ਨੇ ਵਾਹਿਗੁਰੂ ਦੀ ਐਸੀ ਠੋਡੀ ਦੇਖੀ ਹੈ ਆਪਣੇ ਨੇਤਰਾਂ ਨਾਲ। ਅਤ ਸੁੰਦਰ ਮ੍ਰਿਦ ਬੋਲ ਕਪੋਲਾ, ਜੋ ਬਚਨ ਹੈ ਮੁਖ ਤੋਂ ਜਦੋਂ ਬੋਲਦੇ, ਗੱਲਾਂ ਵਿੱਚੋਂ ਬਚਨ ਜੋ ਬੋਲਦੇ ਹੈ ਬੜੇ ਕੋਮਲ ਹੈ, ਸੁੰਦਰ ਹੈ, ਮਿੱਠੇ ਪਿਆਰੇ ਹੈ। ਮੰਦ ਮੰਦ ਮੁਸਕਿਆਨ ਅਮੋਲਾ, ਹੌਲੀ ਹੌਲੀ ਜਿਹੜਾ ਮੁਸਕਰਾਉਣਾ ਪਰਮੇਸ਼ਰ ਦਾ ਉਹ ਵੀ ਬੜਾ ਅਮੋਲਕ ਹੀ ਹੈ। ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਕੋਟ ਮਯੰਕਨ ਸਾਮ ਮੁਖ ਮੰਡਲ, ਮੁਖ ਮੰਡਲ ਜਿਹੜਾ ਮੁਖ ਵਾਲਾ ਸਥਾਨ ਹੈ ਗੋਲ ਹੈ, ਜਿਵੇਂ ਕਰੋੜਾਂ ਹੀ ਜਿਹੜੇ ਚੰਦਰਮਾ ਪ੍ਰਕਾਸ਼ ਰਹੇ ਹੁੰਦੇ ਹੈ। ਮਕਰਾਕ੍ਰਿਤ ਸੋਹਤ ਸ਼ਰਤ ਕੁੰਡਲ, ਕੰਨਾਂ ਵਿੱਚ ਜਿਹੜੇ ਸਰਣਾ ਵਿੱਚ ਕੁੰਡਲ ਪਾਏ ਹੋਏ ਸੋਭਨੀਕ ਹੋ ਰਹੇ, ਮੱਛੀ ਦੇ ਆਕਾਰ ਵਾਲੇ ਹੈ। ਉਤਪਲ ਦਾਲ ਪਰ ਫੁਲਤ ਲੋਚਨਾ, ਨੇਤਰ ਕਵਲ ਫੁੱਲ ਦੇ ਪੱਤਰਿਆਂ ਵਾਂਗ ਬੜੇ ਪ੍ਰਫੁੱਲਿਤ ਖਿੜੇ ਹੋਏ ਚੌੜੇ ਹਨ ਨੇਤਰ। ਭਗਤ ਨਕੇਰ ਤਾਪ ਤ੍ਰੈ ਮੋਚਨਾ, ਜਿਹੜੇ ਨੇਤਰ ਵਾਹਿਗੁਰੂ ਦੇ ਭਗਤਾਂ ਦੇ ਤਿੰਨੇ ਪਾਪ ਹੀ, ਤਿੰਨੇ ਤਾਪ ਹੀ, ਆਦਿ ਵਿਆਧੀ ਉਪਾਧੀ, ਇਹਨਾਂ ਤਿੰਨਾਂ ਤਾਪਾਂ ਨੂੰ ਕੱਟਣ ਵਾਲੇ ਆ ਪਰਮੇਸ਼ਰ ਦੇ ਨੇਤਰ ਚੌੜੇ। ਕਿਰਪਾ ਭਰੇ ਬਹੁ ਚਾਰ ਚਿਤਾਨੰ, ਵਾਹਿਗੁਰੂ ਦੀ ਜਿਹੜੀ ਦ੍ਰਿਸ਼ਟੀ ਹੈ ਬੜੀ ਸੋਹਣੀ ਹੈ, ਤੱਕਣੀ ਕਿਰਪਾ ਨਾਲ ਭਰੀ ਹੋਈ ਹੈ। ਨਾਨਕ ਨਦਰੀ ਨਜ਼ਰ ਨਿਹਾਲ ਕਰਦੇ ਐ ਦੇਖ ਕੇ। ਬਾਕੀ ਕੋਰ ਮਹਾ ਸੁਖ ਪਾਉਨੰ, ਜਿਹੜੀ ਟੇਢੀ ਜੀ ਤੱਕਣੀ ਹੈ ਵਾਹਿਗੁਰੂ ਦੀ, ਉਹਦੇ ਮਹਾਨ ਹੀ ਸੁਖ ਦਾ ਘਰ ਹੈ। ਮੇਚਕ ਕਾਚ ਕੁੰਤਲ ਘੁੰਗਰਾਰੇ, ਕੇਸ ਹੈ ਜਿਹੜੇ ਉਹ ਬੜੇ ਕਾਲੇ ਐ, ਕੁੰਡਲਾਂ ਵਾਲੇ ਐ, ਕੁੰਡਲ ਪਏ ਹੋਏ ਕੁੰਡਲਦਾਰ ਹਨ ਕੇਸ ਕਾਲੇ। ਮਦਪਨ ਕੀ ਦੁਤ ਜਨ ਪਿਖਹਾਰੇ, ਜਿਨ੍ਹਾਂ ਕੇਸਾਂ ਨੂੰ ਦੇਖ ਕਰਕੇ ਜਿਹੜੇ ਭੌਰਿਆਂ ਦੀ ਸੋਭਾ ਵੀ ਜਿਹੜੀ ਨਾਸ ਹੋ ਜਾਂਦੀ, ਉਹ ਵੀ ਹਾਰ ਹੰਮ ਜਾਂਦੇ ਵੀ ਇੰਨੇ ਕਾਲੇ ਤੇ ਅਸੀਂ ਵੀ ਨਹੀਂ ਹਾਂ ਜਿੰਨੇ ਵਾਹਿਗੁਰੂ ਦੇ ਕੇਸ ਕਾਲੇ ਐ। ਭਾਲ ਵਿਸਾਲ ਕਰੀਟ ਸੁਹਾਵਾ, ਮੱਥਾ ਚੌੜਾ ਹੈ, ਮਸਤਕ ਤੇ ਸੀਸ ਉੱਪਰ ਮੁਕਟ ਬੜਾ ਸੋਭਨੀਕ ਹੋ ਰਿਹਾ ਹੈ। ਸ੍ਰੀ ਰੰਗ ਬੈ ਕੁੰਠ ਕੇ ਵਾਸੀ, ਮੱਛ ਕਛ ਕੂਰਮਾ ਗਿਆ ਔ ਤਰਾਸੀ, ਕੇਸਵ ਚਲਤ ਕਰਹਿ ਨਿਰਾਲੇ, ਕੀਤਾ ਲੋੜੈ ਸੋ ਹੋਏਗਾ। ਵੀ ਵਾਹਿਗੁਰੂ ਕੇਸਾਂ ਵਾਲਾ ਹੈ। ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਸਰਨਾਮਾ ਵਿੱਚ ਵੀ ਕਿਹਾ ਹੋਇਆ ਹੈ। ਛਤਰ ਚੰਦਰਮਾ ਦੇਖ ਲਜਾਵਾ, ਜਿਸ ਵਾਹਿਗੁਰੂ ਉੱਪਰ ਛਤਰ ਝੁੱਲ ਰਿਹਾ ਹੈ, ਛਤਰ ਨੂੰ ਦੇਖ ਕੇ ਚੰਦਰਮਾ ਵੀ ਸ਼ਰਮਸ਼ਾਰ ਹੋ ਰਿਹਾ ਦੇਖ ਕੇ। ਚੌਰ ਢੁਰਤ ਚਾਹ ਦੇਸ਼ ਤੇ ਚਾਰੂ, ਸੁੰਦਰ ਚਾਰ ਸ਼ਫੇਰੇ ਚੌਰ ਜਿਹੜਾ ਫਿਰ ਰਿਹਾ ਹੈ ਵਾਹਿਗੁਰੂ ਦੇ ਸੀਸ ਉੱਪਰ। ਮਨਹੁ ਭਾਨ ਕਰ ਪ੍ਰਭਾ ਅਪਾਰੂ, ਮਾਨੋ ਕਿ ਬਹੁਤੇ ਜਿਹੜੇ ਸੂਰਜ ਇਕੱਠੇ ਹੋ ਕਰਕੇ ਉਹ ਸੋਭਾ ਰਚ ਰਹੇ ਐ। ਮਹਿਮਾ ਤਿਹ ਕਹਿ ਕੌਣ ਸਕਾਈ, ਭਾਈ ਬਾਲਾ ਜੀ, ਭਾਈ ਸੰਤੋਖ ਸਿੰਘ ਜੀ ਕਹਿ ਰਹੇ ਆ ਵੀ ਐਸੇ ਸਤਿਗੁਰੂ ਜੀ ਦੇ ਜਿਹੜੇ ਸਰੂਪ ਦੀ ਹੈ, ਸੱਚਖੰਡ ਦਰਬਾਰ ਦੀ ਮਹਿਮਾ ਵੀ ਕੌਣ ਹੈ ਜਿਹੜਾ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਕੋਟ ਸੇਖ ਸਾਰਦ ਸਖ ਜਾਈ, ਜਿੱਥੇ ਵੀ ਕਰੋੜਾਂ ਸ਼ੇਸ਼ ਨਾਗ ਵੀ ਆ ਸਰਸਵਤੀ
ਜਿਹੜੇ ਉਹ ਵੀ ਸੰਕੋਚ ਕਰਦੇ ਵੀ ਅਸੀਂ ਨਹੀਂ ਕਹਿ ਸਕਦੇ ਮਹਿਮਾ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇ ਮਰਮ ਨਾ ਜਾਨਾ। ਨੇਤ ਨੇਤ ਜਿਹ ਬੇਦ ਪੁਕਾਰਾ ਜੇ ਸਵਾਏ ਗੁਰੂ ਨੂੰ ਆ ਬੇਦ ਵੀ ਨਹੀਂ ਹੈ ਵਾਹਿਗੁਰੂ ਤੇਰਾ ਅੰਤ, ਨਹੀਂ ਹੈ ਵਾਹਿਗੁਰੂ ਤੇਰਾ ਅੰਤ, ਉਹ ਵੀ ਬੇਦ ਵੀ ਉੱਚੀ ਉੱਚੀ ਪੁਕਾਰਾਂ ਕਰਕੇ ਕਹਿੰਦੇ ਐ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੈ ਸਭ ਕਵ ਕੋਵਦ ਲਹਤ ਨਾ ਪਾਰਾ। ਜਿਸ ਸਰੂਪ ਦਾ ਸਾਰੇ ਵਿਦਵਾਨ ਤੇ ਕਵੀ ਵੀ ਪਾਰਾਵਾਰ ਨਹੀਂ ਲੈ ਸਕਦੇ, ਪਾਰਾਵਾਰ ਨਹੀਂ ਜਾਣ ਸਕਦੇ। ਮੈਂ ਮਤ ਮੰਦ ਕਹਾਂ ਲਗ ਬਰਨਾ। ਮੈਂ ਭਾਈ ਸੰਤੋਖ ਸਿੰਘ ਹੇ ਵਾਹਿਗੁਰੂ ਪਰਮੇਸ਼ਰ ਜੀ ਮੰਦੀ ਮਤ ਵਾਲਾ, ਥੋੜੀ ਮਤ ਵਾਲਾ, ਕਿਵੇਂ ਆਪ ਜੀ ਦੇ ਸਰੂਪ ਦੀ ਮਹਿਮਾ ਵਰਣਨ ਕਰ ਸਕਦਾ ਹਾਂ, ਨਹੀਂ ਕਹਿ ਸਕਦਾ। ਸਿੰਧ ਪਾਰ ਜਿਵ ਕੀਟੀ ਤਰਨਾ। ਮੈਂ ਮੰਦੀ ਮਤ ਵਾਲਾ ਕਿੱਥੋਂ ਤੱਕ ਵਰਣਨ ਕਰਾਂ, ਕਿਉਂਕਿ ਹੇ ਵਾਹਿਗੁਰੂ ਜੀ, ਹੇ ਗੁਰੂ ਮਹਾਰਾਜ ਜੀ, ਜਿਵੇਂ ਆ ਸਮੁੰਦਰ ਪਾਰ ਕਰਨ ਵਾਸਤੇ ਕੀੜੀ ਨੂੰ ਤਰਨਾ ਬੜਾ ਕਠਿਨ ਹੈ, ਔਖਾ ਹੈ। ਉਹ ਕੀੜੀ ਜਿਹੜੀ ਹੈ ਚਾਹਵੇ ਵੀ ਮੈਂ ਸਮੁੰਦਰ ਨੂੰ ਪਾਰ ਕਰ ਲਵਾਂ, ਉਹ ਕਿਵੇਂ ਪਾਰ ਕਰ ਸਕਦੀ ਹੈ? ਉਹ ਨਹੀਂ ਪਾਰ ਕਰ ਸਕਦੀ ਸਮੁੰਦਰ ਨੂੰ। ਇਸੇ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਪਾਰਾਵਾਰ ਤੋਂ ਰਹਿਤ ਸਮੁੰਦਰ ਦੀ ਨਿਆਈ, ਮੈਂ ਕੀੜੀ ਜਿਹੜਾ ਕਥਨ ਕਰਨ ਰੂਪ ਕਿਵੇਂ ਪਾਰਾਵਾਰ ਪਾਵਾਂ ਤੁਹਾਡਾ। ਮਸ਼ਕ ਮੇਰ ਕਿਵ ਸਕਹ ਉਠਾਈ। ਉਹ ਜਿਹੜਾ ਮੱਛਰ ਹੈ ਵੀ ਉਸ ਮੇਰ ਪਰਬਤ ਨੂੰ ਕਿਵੇਂ ਉਠਾ ਸਕਦਾ ਹੈ? ਮੱਛਰ ਨਹੀਂ ਉਠਾ ਸਕਦਾ ਉਸ ਮੇਰ ਪਰਬਤ ਇੰਨੇ ਭਾਰੇ ਨੂੰ। ਕਿਉਂ ਨਭ ਅੰਤ ਜੰਤ ਲਗ ਪਾਏ। ਜਿਵੇਂ ਛੋਟਾ ਜਿਹਾ ਜੀਵ ਹੈ ਉਹ ਆਕਾਸ਼ ਦਾ ਅੰਤ ਕਿਵੇਂ ਪਾ ਸਕਦਾ ਹੈ? ਉਹਦੇ ਜੀਵ ਧਰਤੀ ਦੇ ਕਣਾਂ ਵਿੱਚ ਹੀ ਸਮਾਇਆ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਆ ਭਾਈ ਸੰਤੋਖ ਸਿੰਘ ਜੀ ਵੀ ਹੇ ਵਾਹਿਗੁਰੂ ਮੈਂ ਤੇ ਉਹ ਛੋਟਾ ਜਿਹਾ ਜੀਵ ਆ, ਸੂਖਮ ਜਿਹਾ, ਤੁਹਾਡੇ ਤੁਸੀਂ ਆਕਾਸ਼ ਦੀ ਨਿਆਈ ਆ, ਬੜੇ ਉੱਚੇ ਮਹਾਨ ਅਗਮ ਅਗੋਚਰ, ਕਿਵੇਂ ਤੁਹਾਡਾ ਅੰਤ ਪਾ ਸਕਦਾ ਮੈਂ ਮੰਦ ਬੁੱਧੀ ਵਾਲਾ ਛੋਟਾ ਜਿਹਾ ਜੀਵ। ਜਿਹ ਸੱਤਾ ਕੇ ਅਜਾ ਅਲੰਬਾ। ਜਿਸ ਸੱਤਾ ਨੂੰ ਆ ਜਿਹੜੀ ਮਾਇਆ ਤੇ ਬ੍ਰਹਮਾ ਵੀ ਸਿਰਜਤ ਹੈ ਬ੍ਰਹਮੰਡ ਕਦੰਬਾ। ਜਿਸ ਵਾਹਿਗੁਰੂ ਦੀ ਸੱਤਾ ਨੂੰ ਪਾ ਕੇ ਬ੍ਰਹਮਾ ਤੇ ਮਾਇਆ ਆ ਸਮੂਹ ਬ੍ਰਹਮੰਡ ਜਿਹੜੇ ਸਿਰਜਦੇ ਹੈ, ਰਚਦੇ ਹੈ, ਜਾਂ ਵੀ ਜਿਸ ਦੀ ਸੱਤਾ ਪਾ ਕੇ ਮਾਇਆ ਤੇ ਜਿਹੜਾ ਬ੍ਰਹਮਾ ਹੈ ਉਹ ਵੀ ਸਿਰਜਿਆ, ਜਿਹੜਾ ਆਪਣੇ ਆਪ ਦੀ ਰਚਨਾ ਕਰਦਾ ਹੈ ਤੇ ਉਹ ਵੀ ਉਹ ਕਾਇਮ ਰਹਿੰਦੇ ਹੈ ਜਿੰਨਾ ਚਿਰ ਵਾਹਿਗੁਰੂ ਦੀ ਸੱਤਿਆ ਰਹਿੰਦੀ ਹੈ, ਨਹੀਂ ਤੇ ਫਿਰ ਉਹ ਵੀ ਨਾਸ ਹੋ ਜਾਂਦੇ ਹੈ। ਤੇ ਜਿਸ ਵਾਹਿਗੁਰੂ ਨੇ ਆ ਸਮੂਹ ਬ੍ਰਹਮੰਡ ਸਿਰਜੇ ਹੋਏ ਹੈ, ਇਹ ਰੋਮ ਮਹਿ ਬੇਸ਼ਨ ਅਨੇਕਾ। ਉਸ ਵਾਹਿਗੁਰੂ ਦੇ ਤੇ ਇੱਕ ਇੱਕ ਰੋਮ ਵਿੱਚ ਹੀ ਅਨੇਕਾਂ ਹੀ ਵਿਸ਼ਨੂੰ ਹੈ। ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਲਿਖੇ ਹੋਏ ਹੈ ਨਾ ਕਿ ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ, ਐਸਾ ਧਣੀ ਗੋਵਿੰਦ ਹਮਾਰਾ ਵਰ ਨਾ ਸਕੋ ਗੁਣ ਵਿਸਥਾਰਾ। ਵੀ ਐਸਾ ਹੈ ਧਣੀ ਗੋਵਿੰਦ ਸਾਡਾ ਜਿਹਨੇ ਐਸੀ ਐਸੀ ਸੇਵਾ ਵੱਡੇ ਵੱਡੇ ਦੇਵਤਿਆਂ ਦੀ ਲਾਈ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਆ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ। ਵੀ ਜਿਸ ਵਾਹਿਗੁਰੂ ਦੇ ਰੋਮ ਵਿੱਚ ਹੀ ਅਨੇਕਾਂ ਹੀ ਕਰੋੜਾਂ ਹੀ ਬ੍ਰਹਮਾ ਵਿਸ਼ਨੂੰ ਵਸਦੇ ਹੈ। ਵੇਦ ਸ਼ਿਵ ਬਹੁ ਕੋ ਕਰਹਿ ਵਿਵੇਕਾ। ਬ੍ਰਹਮਾ ਵੀ ਸ਼ਿਵ ਜੀ ਵੀ ਬਹੁਤੇ ਉਹ ਇੱਕ ਇੱਕ ਰੂਮ ਵਿੱਚ ਸਮਾਏ ਹੋਏ ਹੈ। ਵੀ ਕੌਣ ਹੈ ਐਸਾ ਜਿਹੜਾ ਵਿਚਾਰ ਕਰੇ, ਕੌਣ ਐਸੇ ਗਿਆਨ ਦਾ ਵਿਚਾਰ ਕਥਨ ਕਰੇ, ਦੱਸ ਨਹੀਂ ਸਕਦਾ ਕੋਈ ਪਰਮੇਸ਼ਰ ਦੀ ਮਹਿਮਾ। ਬ੍ਰਿਖ ਉਦੰਬਰ ਜਿਉ ਜਿਹ ਕਾਇਆ। ਜਿਸ ਵਾਹਿਗੁਰੂ ਦੀ ਕਾਇਆ ਸਰੀਰ ਆ ਗੁੱਲਰ ਦੇ ਬ੍ਰਿਸ਼ ਵਾਂਗੂ ਹੈ। ਲਾਗੇ ਫਲ ਬ੍ਰਹਮੰਡ ਨਿਕਾਇਆ। ਜਿਵੇਂ ਉਹ ਗੁੱਲਰ ਦੇ ਰੁੱਖ ਨੂੰ ਬ੍ਰਿਸ਼ ਨੂੰ ਗੋਲਾਂ ਜਿਹੀਆਂ ਲੱਗੀਆਂ ਹੁੰਦੀਆਂ, ਇਸੇ ਤਰ੍ਹਾਂ ਵਾਹਿਗੁਰੂ ਰੂਪੀ ਬ੍ਰਿਸ਼ ਗੁੱਲਰ ਨੂੰ ਆ ਗੋਲਾਂ ਵਰਗੇ ਬ੍ਰਹਮੰਡ ਸਮੂਹ ਜਿਹੜੇ ਲੱਗੇ ਹੋਏ ਹੈ।
ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਮੰਡ ਕਰੋੜ ਸੁਮਾਰਾ। ਉਤਪਤ ਪਾਲਨ ਅਰ ਸੰਹਰਤਾ। ਉਤਪਤੀ ਕਰਨੀ ਪਾਲਣਾ ਕਰਨੀ ਫਿਰ ਨਾਸ ਕਰਨਾ। ਤੀਨ ਦੇਵ ਸਭ ਮਹਿ ਅਸ ਕਰਤਾ। ਜੋ ਕਰਤਾ ਪਰਮੇਸ਼ਰ ਹੈ ਉਸਨੇ ਇਹ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਇਹ ਵੱਖੋ ਵੱਖਰੇ ਬ੍ਰਹਮੰਡਾਂ ਵਿੱਚ ਜਿਹੜੇ ਆ ਕੀਤੇ ਹੋਏ ਆ। ਸਾਰਿਆਂ ਵਿੱਚ ਜਿਹੜੇ ਉਤਪਤੀ ਪਾਲਣਾ ਲੈਤਾ ਕਰੀ ਜਾਂਦੇ ਆ। ਐਸਾ ਹੈ ਕਰਤਾ ਪਰਮੇਸ਼ਰ ਵੀ ਇੱਕ ਬ੍ਰਹਮੰਡ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹੈ, ਫਿਰ ਦੂਸਰੇ ਬ੍ਰਹਮੰਡ ਵਿੱਚ ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹੈ। ਉਹ ਤਾਂ ਹੀ ਗੁਰੂ ਸਾਹਿਬ ਜੀ ਨੇ ਲਿਖਿਆ ਨਾ ਵੀ ਕੋਟ ਕੀਨੇ ਵਿਸ਼ਨ ਅਵਤਾਰ, ਵੀ ਕਰੋੜਾਂ ਹੀ ਜਿਹੜੇ ਵਿਸ਼ਨੂੰ ਅਵਤਾਰ ਪ੍ਰਗਟ ਕੀਤੇ ਹੈ। ਇੱਕ ਥੋੜ੍ਹੀ ਕਾਲਯੁਗ ਹੁਣ ਵੀ ਚੱਲ ਰਿਹਾ। ਬੇਅੰਤੀ ਬ੍ਰਹਮੰਡ ਹੈ। ਉਹ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਵੀ ਕੋਟ ਕਿ ਰੋਮ ਰੋਮ ਵਿੱਚ ਰੱਖਿਓਨ, ਵੀ ਰੋਮ ਰੋਮ ਵਿੱਚ ਪਰਮੇਸ਼ਰ ਨੇ ਬ੍ਰਹਮੰਡ ਰੱਖੇ ਹੋਏ ਹੈ। ਤੇ ਗੁਰਬਾਣੀ ਚ ਆਉਂਦਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ। ਕਿ ਕਰੋੜਾਂ ਬ੍ਰਹਮੰਡ ਹੈ ਤੇ ਇੱਕ ਬ੍ਰਹਮੰਡ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨ ਵਸਦੇ ਹੈ। ਤੇ ਉਨੇ ਹੀ ਫਿਰ ਜਿੰਨੇ ਬ੍ਰਹਮੰਡ ਉਨੇ ਵਿਸ਼ਨੂੰ ਸ਼ਿਵ ਜੀ ਬ੍ਰਹਮਾ ਹੋ ਗਏ। ਤੇ ਉਹ ਸਾਰਿਆਂ ਹੀ ਬ੍ਰਹਮੰਡਾਂ ਵਿੱਚ ਉਤਪਤੀ ਪਾਲਣਾ ਲੈਤਾ ਕਰੀ ਜਾ ਰਹੇ ਹੈ। ਤੇ ਐਸਾ ਪਰਮੇਸ਼ਰ ਹੈ ਕਰਤਾ ਜਿਸ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਤਿੰਨ ਕੀਤੇ ਹੋਏ ਬ੍ਰਹਮੰਡਾਂ ਵਿੱਚ ਵੀ ਉਹ ਜਿਹੜੇ ਸ੍ਰਿਸ਼ਟੀ ਨੂੰ ਕਰੀ ਜਾਂਦੇ ਉਤਪਤੀ ਪਾਲਣਾ ਲੈਤਾ ਵਾਹਿਗੁਰੂ ਦੇ ਹੁਕਮ ਨਾਲ। ਇਸੇ ਤਰ੍ਹਾਂ ਵੀ ਬ੍ਰਹਮੰਡਾਂ ਵਿੱਚ ਜਿਹੜੇ ਇਹ ਤਿੰਨਾਂ ਦੇਵਤਿਆਂ ਦੀ ਉਤਪਤੀ ਪਾਲਣਾ ਲੈਤਾ ਪਰਮੇਸ਼ਰ ਇਸ ਤਰ੍ਹਾਂ ਕਰੀ ਜਾ ਰਿਹਾ ਹੈ। ਜਿਹ ਸਥਾਨ ਬੈਸੇ ਜਗ ਰਾਏ। ਜਗਤ ਦੇ ਰਾਜਾ ਰੂਪ ਪਰਮੇਸ਼ਰ ਗੁਰੂ ਪਰਮਾਤਮਾ ਵਾਹਿਗੁਰੂ ਜਿਸ ਸਥਾਨ ਸੱਚਖੰਡ ਤੇ ਆਸਣ ਤੇ ਬੈਠੇ ਸੀ ਤਹ ਪਹੁੰਚੇ ਸਿੱਖਨ ਸੁਖਦਾਈ। ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਉਸ ਥਾਂ ਜਾ ਪਹੁੰਚੇ। ਕੀਨ ਡੰਡੋਤ ਜੋਰ ਜੁਗ ਹੱਥ। ਵਾਹਿਗੁਰੂ ਦਾ ਐਸਾ ਸਰੂਪ ਦੇਖ ਕੇ ਦੋਵੇਂ ਹੱਥ ਜੋੜ ਕੇ ਡੰਡੌਤ ਬੰਦਨਾ ਕੀਤੀ। ਠਾਂਡੇ ਪੁਨ ਬੇਦੀ ਕੁਲ ਨਾਥਾ। ਬੇਦੀਆਂ ਦੀ ਕੁਲ ਦੇ ਜੋ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ ਨਮਸਕਾਰ ਡੰਡੇ ਵਾਂਗ ਪੈ ਕੇ ਫਿਰ ਖੜੇ ਹੋ ਗਏ। ਮੰਦ ਸ੍ਰੀ ਮੁਖ ਮੁਸਕਾਵਨਾ। ਹੁਣ ਇੱਥੇ ਸਮਾਪਤੀ ਕਰੀ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਰਹਿੰਦਾ ਪ੍ਰਸੰਗ ਆਪਾਂ ਉਹ ਕੱਲ੍ਹ ਸਰਵਣ ਕਰ ਲਵਾਂਗੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜਿਹ ਸਥਾਨ ਬੈਸੇ ਜਗ ਰਾਏ। ਤਹ ਪਹੁੰਚੇ ਸਿੱਖਨ ਸੁਖਦਾਈ। ਕੀਨ ਡੰਡੋਤ ਜੋਰ ਜੁਗ ਹਾਥਾ। ਠਾਂਡੇ ਪੌਨਾ ਬੇਦੀ ਕੁਲ ਨਾਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।